ਸੋ ਇਸ ਮਸਲੇ ਤੇ ਅੱਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਡਾਕਟਰ ਪਿਆਰੇ ਲਾਲ ਗਰਗ ਸਾਡੇ ਨਾਲ ਜੁੜ ਚੁੱਕੇ ਨੇ। ਗਰਗ ਸਾਹਿਬ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਤੇ। ਸੋ ਗਰਗ ਸਾਹਿਬ ਪਹਿਲਾਂ ਤਾਂ ਜਾਣਨਾ ਚਾਹਾਂਗੇ ਕਿ ਇਹ ਜਿਹੜਾ ਪਾਰਟੀਆਂ ਬਦਲਣ ਦਾ ਸਿਲਸਿਲਾ ਹੈ ਕੋਈ ਨਵਾਂ ਤਾਂ ਨਹੀਂ ਹੈ। ਜ਼ਾਹਿਰ ਜੀ ਗੱਲ ਹੈ ਕਿ ਹੁਣ ਜਲੰਧਰ ਜ਼ਿਮਨੀ ਚੋਣ ਹੈ ਤਾਂ ਉਸ 'ਚ ਵੀ ਦੋ ਆਗੂਆਂ ਨੇ ਪਾਰਟੀ ਬਦਲੀ ਹੈ, ਪਰ ਇਸ ਤੋਂ ਪਹਿਲਾਂ ਵੀ 2022 ਦੀਆਂ ਚੋਣਾਂ 'ਚ ਵੀ ਇੱਕ ਲੰਬੀ ਲਿਸਟ ਹੈਗੀ ਹੈ ਆਗੂ ਜਦੋਂ ਪਾਰਟੀ ਬਦਲਦੇ ਨੇ। ਬੰਗਾਲ ਦੀਆਂ ਚੋਣਾਂ 'ਚ ਸੁਵੇਂਦੂ ਅਧਿਕਾਰੀ ਤੇ ਹੋਰ ਆਗੂਆਂ ਦਾ ਬੜਾ ਜ਼ਿਕਰ ਹੁੰਦਾ ਸੀਗਾ ਕਿ ਪਾਰਟੀ ਬਦਲੀ ਗਈ ਹੈ। ਕੇਂਦਰੀ ਸਿਆਸਤ 'ਚ ਵੀ ਇਸੇ ਤਰੀਕੇ ਨਾਲ ਹੁੰਦਾ। ਪਹਿਲਾਂ ਤਾਂ ਇਹਦੇ ਉੱਪਰ ਇੱਕ ਓਪਨਿੰਗ ਰਿਮਾਰਕ ਸੀ ਤੁਹਾਡੇ ਤੋਂ ਚਾਹੂੰਗਾ ਮੈਂ। ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕਿ ਤੁਸੀਂ ਮੈਨੂੰ ਇਹ ਜੋੜਿਆ ਚੈਨਲ ਦੇ ਨਾਲ। ਸਭ ਤੋਂ ਪਹਿਲੀ ਗੱਲ ਮੈਂ ਇੱਕ ਲਾਈਨ 'ਚ ਕਹਿਣੀ ਚਾਹਾਂਗਾ ਕਿ ਅੱਜ ਸਾਡੇ ਜਿਹੜੇ ਸਿਆਸੀ ਆਗੂ ਨੇ ਉਹ ਚੱਕਵਾਂ ਚੁੱਲ੍ਹਾ ਬਣ ਗਏ, ਪੰਜਾਬੀ 'ਚ ਕਹਿੰਦੇ ਨੇ ਵੀ ਜਿੱਥੇ ਮਰਜ਼ੀ ਜਾ ਕੇ ਰੱਖ ਦਿਓ, ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ। ਇਹ ਜਿਹੜੇ ਚੱਕਵਾਂ ਚੁੱਲ੍ਹਾ ਬਣੇ ਨੇ ਇਹ ਕਿਉਂ ਬਣੇ ਨੇ? ਜਦ ਤੁਸੀਂ ਕਹਿ ਵੀ ਇੱਕ ਸ਼ੁਰੂਆਤੀ ਜਿਹੜੀ ਟਿੱਪਣੀ ਹੈ ਉਹ ਕਰ ਲਈ ਆਪਾਂ। ਉਹ ਚੱਕਵਾਂ ਚੁੱਲ੍ਹਾ ਇਸ ਕਰਕੇ ਬਣੇ ਨੇ ਕਿ ਸਿਆਸਤ ਅੱਜ ਨਾ ਤਾਂ ਸੇਵਾ ਹੈ ਨਾ ਦੇਸ਼ ਭਗਤੀ ਹੈ। ਸਿਆਸਤ ਅੱਜ ਇੱਕ ਵਪਾਰ ਤੇ ਪਰਿਵਾਰ ਤੇ ਦਰਬਾਰ ਹੈ। ਸੋ ਪਰਿਵਾਰੀ, ਵਪਾਰੀ ਤੇ ਦਰਬਾਰੀ ਬਣਨ ਵਾਸਤੇ ਸਿਆਸਤ ਨੂੰ ਵਰਤਿਆ ਜਾ ਰਿਹਾ ਹੈ। ਜਿੱਥੇ ਤੁਹਾਨੂੰ ਤਾਕਤ ਨਹੀਂ ਮਿਲਦੀ ਜਾਂ ਤੁਹਾਨੂੰ ਟਿਕਟ ਨਹੀਂ ਮਿਲਦਾ, ਜਿਵੇਂ ਆਪ ਜੀ ਨੇ ਪਹਿਲਾਂ ਕਿਹਾ ਵੀ ਜਾਂ ਫਿਰ ਤੁਹਾਡੇ ਤੇ ਕੋਈ ਐਸਾ ਪ੍ਰੈਸ਼ਰ ਆਇਆ ਕਿ ਜਿਹੜੇ ਪਹਿਲਾਂ ਤੁਸੀਂ ਕੋਈ ਇਹੋ ਜਿਹੇ ਕੰਮ ਕਰੇ ਨੇ ਜਿਨ੍ਹਾਂ ਦੇ ਬਾਰੇ ਤੁਹਾਡੀ ਜਾਂਚ ਪੜਤਾਲ ਹੋ ਕੇ ਤੁਹਾਨੂੰ ਅੰਦਰ ਕਰਿਆ ਜਾ ਸਕਦਾ ਹੈ, ਜਾਂ ਜੇ ਤੁਸੀਂ ਨਹੀਂ ਵੀ ਕੋਈ ਮਾੜਾ ਕਰਿਆ ਫਿਰ ਵੀ ਤੁਹਾਨੂੰ ਜਾਂਚ ਦੇ ਵਿੱਚ ਫਸਾ ਕੇ ਕਿਤੇ ਨਾ ਕਿਤੇ ਅੰਦਰ ਕਰਿਆ ਜਾ ਸਕਦਾ ਹੈ, ਤਾਂ ਤੁਸੀਂ ਉਹ ਦਬਾਅ ਚੱਲਣ ਦੀ ਬਜਾਏ, ਸਿਰ ਉੱਚਾ ਕਰਕੇ ਖੜਨ ਦੀ ਬਜਾਏ ਤੁਸੀਂ ਝੁਕ ਜਾਂਦੇ ਹੋ ਤੇ ਉਹਨਾਂ ਦੇ ਵਿੱਚ ਰਲ ਜਾਂਦੇ ਹੋ। ਤੇ ਤੁਸੀਂ ਸਹੀ ਕਿਹਾ ਵੀ ਜਿਹੜੀਆਂ ਪਹਿਲਾਂ ਪਾਰਟੀ ਦੇ ਸੋਹਣੇ ਗਾਉਣੇ ਹੁੰਦੇ ਹੋ ਉਹ ਦੂਜੀ ਦੇ ਗਾਉਣ ਲੱਗ ਜਾਂਦੇ ਹੋ। ਹੁਣੀ ਆਪਾਂ ਚੋਣਾਂ ਤੋਂ ਬਾਅਦ ਦੀ ਗੱਲ ਜੇ ਕਰੀਏ, ਚੋਣਾਂ ਤੋਂ ਪਹਿਲਾਂ ਤਾਂ ਤੁਸੀਂ ਬੜਾ ਸੋਹਣਾ ਵਿਸਤਾਰ ਦੱਸਤਾ ਹੈ, ਦਰਸ਼ਕਾਂ ਨੂੰ ਪਤਾ ਵੀ ਲੱਗ ਗਿਆ ਹੈ। ਚੋਣਾਂ ਤੋਂ ਬਾਅਦ ਕਾਂਗਰਸ ਦੀ ਕਿੰਨੀ ਵੱਡੀ ਨਾਮਡੋਰੀ ਹੈ ਜਿਹੜੀ ਚੋਣਾਂ ਹਾਰਨ ਤੋਂ ਬਾਅਦ ਉਹ ਕਿਵੇਂ ਬੀਜੇਪੀ 'ਚ ਜਾ ਕੇ ਰਲੀ ਹੈ। ਔਰ ਵੱਡੇ ਵੱਡੇ ਪ੍ਰਧਾਨ ਵੀ ਉਹਨਾਂ ਦੇ, ਮੁੱਖ ਮੰਤਰੀ ਵੀ ਜਿਹੜੇ ਰਹੇ, ਜਿਹੜੇ ਉਸ ਤੋਂ ਬਾਅਦ ਦੁਬਾਰਾ ਬਣਾਏ, ਉਹਨਾਂ ਦੇ ਉੱਤੇ ਵੀ ਇਹ ਲੱਗਣ ਲੱਗ ਗਿਆ ਸੀ ਵੀ ਉਹ ਵੀ ਜਾਣ ਨੂੰ ਤਿਆਰ ਨੇ। ਫਿਰ ਉਹਨਾਂ ਨੇ ਖੰਡਨ ਕੀਤਾ ਕਿ ਮੈਂ ਨਹੀਂ ਜਾ ਰਿਹਾ। ਤੇ ਜਿਹੜੇ ਮੰਤਰੀ ਰਹੇ ਉਹ ਵੀ ਉੱਥੇ ਗਏ ਨੇ। ਤੇ ਜਿਨ੍ਹਾਂ ਨੂੰ ਫਿਰ ਜੇ ਅਸੀਂ ਦੂਜਾ ਪਾਸਾ ਦੇਖੀਏ ਵੀ ਇਹ ਉੱਥੇ ਇਕੱਲਾ ਜਾਣਾ ਹੀ ਨਹੀਂ ਬਲਕਿ ਆਪਦੇ ਲਾਲਚ ਵਾਸਤੇ ਆਪਦੀ ਪਾਰਟੀ ਦਾ ਵਿਰੋਧ ਕਰਕੇ ਖੜੇ ਹੋ ਜਾਣਾ। ਕਪੂਰਥਲੇ ਦੇ MLA ਨੇ ਆਪਦੇ ਬੇਟੇ ਨੂੰ ਖੜਾ ਕਰਤਾ, ਕਾਂਗਰਸ ਪਾਰਟੀ ਦੇ ਦਫ਼ਤਰੀ ਜਿਹੜਾ ਨੁਮਾਇੰਦਾ ਸੀ, ਕੈਂਡੀਡੇਟ ਸੀ, ਉਮੀਦਵਾਰ ਸੀ, ਉਹਦੇ ਵਿਰੁੱਧ ਤੇ ਜਿਤਾਇਆ। ਇੱਦਾਂ ਹੀ ਇੱਥੇ ਬਸੀ ਪਠਾਣਾ ਦੇ ਵਿੱਚ ਉਸ ਵਕਤ ਦੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਉਹਨੂੰ ਖੜਾ ਕਰਤਾ, ਰਿਸ਼ਤੇਦਾਰ ਨੂੰ, ਭਰਾ ਨੂੰ, ਤੇ ਉਹ ਵੀ ਚਾਹੇ ਉਹ ਨਹੀਂ ਜਿੱਤੇ ਵੱਖਰੀ ਗੱਲ ਹੈ, ਉਹ ਵੀ ਖੜੇ ਕਰ ਗਏ। ਇਸੇ ਤਰ੍ਹਾਂ ਹੀ ਜਿਹੜੀ ਆਮ ਆਦਮੀ ਪਾਰਟੀ, ਇਹਦੇ 'ਚ ਤਕਰੀਬਨ 50 ਤੋਂ ਉੱਪਰ ਲੋਕ ਦੂਜੀਆਂ ਪਾਰਟੀਆਂ 'ਚੋਂ ਛਾਲਾਂ ਮਾਰ ਕੇ ਆਏ ਵੀ ਸਾਨੂੰ ਟਿਕਟ, ਔਰ ਉਹ ਕਈਆਂ ਨੂੰ ਟਿਕਟਾਂ ਮਿਲੀਆਂ ਵੀ ਔਰ ਕਈ MLA ਵੀ ਜਿੱਤੇ ਨੇ। ਸੋ ਇਹ ਜਿਹੜਾ ਹੁਣ ਵਰਤਾਰ ਆ, ਜੇ ਅਸੀਂ ਇਕੱਲੇ ਪੰਜਾਬ ਦਾ ਨਾ ਦੇਖੀਏ, ਇਹ ਅਮਰ ਇਕਬਾਲ ਜਿਹੜੇ ਆਪਣੇ ਉਹਨਾਂ ਦੇ ਅਟਵਾਲ ਸਾਹਿਬ ਦੇ ਬੇਟੇ ਜਿਹੜੇ ਅਟਵਾਲ ਗਏ ਨੇ, ਉਹਨਾਂ ਦਾ ਜੇ ਅਸੀਂ ਦੂਜਾ ਪਾਸਾ ਦੇਖੀਏ, ਕੇਰਲਾ ਦੇ ਵਿੱਚੋਂ ਵੀ ਇੱਕ ਐਂਟਨੀ ਸਾਹਿਬ ਹੁੰਦੇ, ਕਾਂਗਰਸ ਦੇ ਵੱਡੇ ਲੀਡਰ ਰਹੇ ਨੇ, ਅਨਿਲ ਐਂਟਨੀ, ਤੇ UDF ਦੇ LDF ਦੇ ਨਾਲ UDF ਦੇ ਉਹ ਹੁੰਦੇ ਸੀ ਮੁੱਖ ਮੰਤਰੀ ਵੀ, ਉਹਨਾਂ ਦਾ ਬੇਟਾ ਵੀ ਗਿਆ, CR ਕੇਸਵਾਨ ਵੀ ਗਿਆ। ਇਸ ਤਰ੍ਹਾਂ ਜਿਹੜੇ ਕਾਂਗਰਸ ਦੇ ਵਿੱਚੋਂ BJP 'ਚ ਜਾਣੇ, ਤੇ BJP ਤਾਂ ਕੋਈ ਛੱਡਦਾ ਕਿਉਂਕਿ BJP ਹੁਣ ਤਾਕਤ 'ਚ ਹੈ। ਤੇ ਬਾਕੀ ਬਹੁਤੇ ਲੋਕ ਕਾਂਗਰਸ ਚੋਂ, ਆਪ ਚੋਂ ਜਾਂ ਫਿਰ ਬਾਕੀ ਪਾਰਟੀਆਂ ਚੋਂ ਟੁੱਟ ਕੇ ਜਾ ਰਹੇ ਨੇ। ਬੰਗਾਲ 'ਚ ਵੀ ਇਹੀ ਵਰਤਾਰਾ ਜੋ ਤੁਸੀਂ ਕਿਹਾ ਹੋਇਆ ਸੀ। ਸੋ ਇਹ ਸਾਰਾ ਕੁਛ ਹੈ ਜਿਹੜਾ ਦੇਸ਼ ਦੀ ਜਮਹੂਰੀਅਤ ਵਾਸਤੇ, ਦੇਸ਼ ਦੀ ਪ੍ਰਭੂਸੱਤਾ ਵਾਸਤੇ, ਦੇਸ਼ ਦੀ ਅਣਖ ਵਾਸਤੇ, ਦੇਸ਼ ਦੇ ਅਰਥਚਾਰੇ ਵਾਸਤੇ, ਦੇਸ਼ ਦੇ ਸਮਾਜ ਵਾਸਤੇ ਬਹੁਤ ਹੀ ਖਤਰਨਾਕ ਰੁਝਾਨ ਹੈ। ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਣ ਦੀ ਲੋੜ ਹੈ। ਉਹ ਆਪਾਂ ਅਗਲੀ ਵਾਰ ਹਿੱਸੇ ਦੇ ਵਿੱਚ ਗੱਲ ਕਰਾਂਗੇ। ਠੀਕ ਹੈ, ਠੀਕ ਹੈ। ਸਾਡੇ ਨਾਲ ਕਾਲਰ ਵੀ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਕੀ ਕਹਿਣਾ ਚਾਹੁੰਦੇ ਹੋ? ਸਤਿ ਸ੍ਰੀ ਅਕਾਲ ਜੀ ਮਹਾਰਾਜ ਜੀ। ਮੈਂ ਜੀ ਲੱਥੜੀ ਤੋਂ ਬੋਲਦਾ ਜੀ। ਕੀ ਕਹਿਣਾ ਚਾਹੁੰਦੇ ਹੋ? ਹੈਲੋ। ਚਾਹੁੰਦਾ, ਦੇਖੋ ਬਾਣੀ ਤੇ ਲਿਖਿਆ ਕਹਿੰਦੇ ਤਖਤ ਰਾਜਾ ਜੋਗ ਹੈ ਜੋ ਤਖਤ ਲਾਇਕ ਹੋਈ।
ਇਹ ਸਭ ਲਾਲਚ ਦੇ ਮਾਰੇ ਪਾਰਟੀਆਂ ਬਦਲਦੇ ਨੇ ਵੀ ਸਾਡੀ ਪਾਰਟੀ ਬਦਲ ਜਾਵੇ, ਸਾਨੂੰ ਆਗੂ ਚੁਣਿਆ ਜਾਵੇ। ਪਰ ਇਹਨਾਂ ਦਾ ਆਪਦਾ ਕੈਰੀਅਰ ਖਤਮ ਹੋ ਜਾਂਦਾ। ਕੋਈ ਪਾਰਟੀ ਵੱਡੀ ਆ ਚਾਹੇ ਛੋਟੀ ਆ, ਪਿੰਡਾਂ 'ਚ ਵੀ ਬੰਦੇ ਬਦਲ ਕੇ ਕਦੇ ਦੂਜੇ ਪਾਸੇ ਚਲੇ ਜਾਂਦੇ ਨੇ, ਕਦੇ ਦੂਜੇ ਪਾਸੇ ਚਲੇ ਜਾਂਦੇ ਨੇ, ਸਿਰਫ ਆਪਣੀ ਸੋਭਾ ਦੇ ਮਾਰੇ ਜਾਂਦੇ ਨੇ। ਜਿਹੜਾ ਪਾਰਟੀ ਦਾ ਆਗੂ ਹੁੰਦਾ, ਪ੍ਰਧਾਨ ਹੁੰਦਾ, ਉਹਨੂੰ ਸਭ ਦਾ ਪਤਾ ਹੁੰਦਾ ਵੀ ਕਿਹੜਾ ਬੰਦਾ ਕਿੰਨਾ ਕੰਮ ਕਰਦਾ, ਕਿਹੜਾ ਕਿੰਨਾ ਕੰਮ ਕਰਦਾ। ਫਿਰ ਆਪਣੇ ਡਾਕਟਰ ਸਾਹਿਬ ਬੈਠੇ ਨੇ, ਗਰਗ ਸਾਹਿਬ, ਇਹ ਬਹੁਤ ਬੁੱਧੀਜੀਵੀ ਨੇ, ਸਿਆਣੇ ਨੇ, ਇਹਨਾਂ ਦੇ ਵਿਚਾਰ ਸੁਣੇ ਨਾ। ਸਤਿ ਸ੍ਰੀ ਅਕਾਲ, ਮੇਰੇ ਵੱਲੋਂ ਜ਼ਰੂਰ ਬੁਲਾ ਦਿਓ ਜੀ। ਠੀਕ ਹੈ, ਠੀਕ ਹੈ, ਠੀਕ ਹੈ, ਸ਼ੁਕਰੀਆ ਜੁੜਨ ਦੇ ਲਈ। ਇੱਕ ਹੋਰ ਕਾਲਰ ਵੀ ਸਾਡੇ ਨਾਲ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ, ਕੀ ਕਹਿਣਾ ਚਾਹੁੰਦੇ ਹੋ? ਜੀ ਸਰ, ਇਹ ਜਿਹੜੇ ਲੀਡਰ ਹੁੰਦੇ ਨੇ ਜੀ, ਸਿਰਫ ਆਪਣੇ ਮਤਲਬ ਵਾਸਤੇ ਜਾਂਦੇ ਜੀ, ਉਹਦਾ ਮਕਸਦ ਦਾ ਮਤਲਬ ਦਰਸ ਜਾਂਦੇ ਆ ਜੀ। ਕਿਸੇ ਦਾ ਦੇਸ਼ ਬਣਿਆ ਹੁੰਦਾ ਤਾਂ ਇਹਨਾਂ ਦਾ ਫਿਊਚਰ ਬਹੁਤ ਡਾਰਕ ਹੁੰਦਾ, ਲੋਕ ਇਹਨਾਂ ਨੂੰ ਬਿਲਕੁਲ ਨਕਾਰ ਦਿੰਦੇ ਆ ਜੀ। ਭਰੋਸੇਵਾਰ ਬੰਦੇ ਨੇ ਪਾਰਟੀ ਦੇ ਗਦਾਰ ਬੰਦੇ। ਤੁਹਾਨੂੰ ਲੱਗਦਾ ਕਿ ਭਰੋਸੇਯੋਗਤਾ ਘਟਦੀ ਹੈ ਅਗਰ ਉਹ ਪਾਰਟੀ ਬਦਲਦੇ ਨੇ ਵਾਰ-ਵਾਰ? ਹਾਂਜੀ, 50% ਘਟਦੀ, ਬਿਲਕੁਲ ਬਿਲਕੁਲ। ਇਹਨਾਂ ਨੂੰ ਲੋਕ ਕੋਈ ਨਹੀਂ ਸਮਝਦੇ, ਗਦਾਰ ਬੰਦੇ ਹੁੰਦੇ ਆ। ਠੀਕ ਹੈ, ਠੀਕ ਹੈ, ਠੀਕ ਹੈ, ਸ਼ੁਕਰੀਆ ਜੀ ਜੁੜਨ ਦੇ ਲਈ ਔਰ ਗੱਲਬਾਤ ਰੱਖਣ ਦੀ। ਗਰਗ ਸਾਹਿਬ, ਦੋ ਕਾਲਰ ਆਪਣੇ ਨਾਲ ਜੁੜੇ ਔਰ ਸਾਫ਼ ਤੌਰ ਤੇ ਜਿਹੜਾ ਉਹਨਾਂ ਨੇ ਕਿਹਾ ਕਿ ਆਪਣੇ ਮਤਲਬ ਲਈ ਜਿਹੜਾ ਉਹ ਪਾਰਟੀ ਸ਼ਿਫਟ ਕਰਦੇ ਨੇ। ਤੁਸੀਂ ਪਹਿਲਾਂ ਨਾਮ ਲੈ ਰਹੇ ਸੀ, ਆਪਾਂ ਗੱਲਬਾਤ ਵੀ ਆਪਣੀ ਜਾਰੀ ਸੀ ਔਰ ਉਸ ਦੇ ਵਿੱਚ CR ਕੇਸਵਨ ਨੇ ਜਿਹੜੇ ਜਾਂ ਅਨਿਲ ਐਂਟਨੀ ਨੇ ਜਿਹੜੇ AK ਐਂਟਨੀ ਦੇ ਬੇਟੇ, ਔਰ ਇਹ ਵੱਡੇ ਨਾਮ ਨੇ ਜਿਨ੍ਹਾਂ ਇਹ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ। ਹਾਰਦਿਕ ਪਟੇਲ ਸ਼ਾਮਲ ਹੋਏ ਨੇ, ਜਿਤਨ ਪ੍ਰਸਾਦਾ ਪਿਛਲੇ ਦਿਨਾਂ ਦੇ ਵਿੱਚ ਸ਼ਾਮਲ ਹੋਏ ਨੇ, ਪੰਜਾਬ ਤੋਂ ਵੀ ਵੱਡੇ ਲੀਡਰ ਸ਼ਾਮਲ ਹੋਏ ਨੇ। ਕੀ ਲੱਗਦਾ ਤੁਹਾਨੂੰ ਕਿ ਕਈ ਜਿਹੜੇ ਇਹ ਲੀਡਰ ਸ਼ਾਮਲ ਹੁੰਦੇ ਨੇ ਜਦੋਂ ਕਾਂਗਰਸ ਛੱਡ ਕੇ ਹੋਵੇ ਜਾਂ ਫਿਰ ਕਿਸੇ ਹੋਰ ਪਾਰਟੀ 'ਚੋਂ ਵੀ ਹੋਣ, ਤਾਂ ਉਹ ਇੱਕ ਚੀਜ਼ ਜ਼ਰੂਰ ਕਹਿੰਦੇ ਨੇ ਕਿ ਪਾਰਟੀ ਹੁਣ ਪਹਿਲਾਂ ਵਰਗੀ ਨਹੀਂ ਰਹੀ, ਜਾਂ ਪਾਰਟੀ ਦੇ ਵਿੱਚ ਪਹਿਲਾਂ ਵਰਗਾ ਮਾਹੌਲ ਨਹੀਂ ਰਿਹਾ, ਜਾਂ ਪਾਰਟੀ ਦੇ ਫੈਸਲੇ ਠੀਕ ਨਹੀਂ ਹੈਗੇ। ਗੁਲਾਮ ਨਬੀ ਆਜ਼ਾਦ ਕਿਸੇ ਟਾਈਮ ਜੰਮੂ ਕਸ਼ਮੀਰ ਦੇ ਚੀਫ ਮਿਨਿਸਟਰ ਰਹੇ ਨੇ, ਉਹਨਾਂ ਨੇ ਵੀ ਪਾਰਟੀ ਨੂੰ ਅਲਵਿਦਾ ਕਿਹਾ, ਹੁਣ ਕਿਤਾਬ ਲਿਖੀ ਹੈ ਔਰ ਕਿਤੇ ਨਾ ਕਿਤੇ ਲੀਡਰਸ਼ਿਪ ਦੇ ਉੱਪਰ ਸਵਾਲ ਚੱਕੇ ਨੇ ਕਾਂਗਰਸ ਦੇ। ਕਪਿਲ ਸਿੱਬਲ ਰਹੇ ਨੇ, ਬਹੁਤ ਸੀਨੀਅਰ ਆਗੂ ਰਹੇ ਨੇ ਕਾਂਗਰਸ ਦੇ ਵਿੱਚ, ਉਹ ਵੀ ਹਾਲਾਂਕਿ BJP 'ਚ ਤਾਂ ਨਹੀਂ ਗਏ ਪਰ ਕਾਂਗਰਸ ਨੂੰ ਜ਼ਰੂਰ ਅਲਵਿਦਾ ਕਹਿਤਾ। ਤੋ ਇਹ ਵੀ ਕਿਤੇ ਨਾ ਕਿਤੇ ਕੋਈ ਫੈਕਟਰ ਹੁੰਦਾ ਕਿ ਕਈ ਵਾਰ ਕੋਈ ਪਾਰਟੀ ਜਿਹੜੀ ਹੈ ਉਸ ਦੇ ਫੈਸਲੇ ਹੀ ਸਹੀ ਨਹੀਂ ਹੁੰਦੇ, ਜਾਂ ਜਿਹੜੀ ਲੀਡਰਸ਼ਿਪ ਹੁੰਦੀ ਹੈ ਉਹ ਗੱਲ ਹੀ ਨਹੀਂ ਮੰਨਦੀ ਆਗੂਆਂ ਦੀ। ਦੇਖੋ, ਕਿਤੇ ਕਿਤੇ ਹੁੰਦਾ ਹੈ, ਇਹ ਬਹੁਤ ਜ਼ਿਆਦਾ ਨਹੀਂ। ਗੱਲ ਤੁਹਾਡੀ ਠੀਕ ਹੈ, ਕਿਉਂਕਿ ਪਾਰਟੀਆਂ ਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਹੁੰਦੇ ਨੇ। ਇੱਕ ਬੰਦੇ ਨੂੰ ਜੇ ਪਾਰਟੀ 'ਚ ਬੰਦਾ ਇਹੀ ਸੋਚੇ, ਮੈਂ ਸਰਕਾਰ 'ਚ ਕਈ ਅਧਿਕਾਰੀਆਂ ਨੂੰ ਵੀ ਕਹਿੰਦੇ ਸੁਣਿਆ, ਮੇਰੀ ਸੁਣੀ ਨਹੀਂ ਜੀ। ਮੈਂ ਕਹਿੰਦਾ ਯਾਰ, ਤੁਹਾਡੀ ਰਾਏ ਸੀਗੀ, ਫੈਸਲਾ ਤਾਂ ਉੱਤੇ ਸਮਰੱਥ ਅਧਿਕਾਰੀ ਨੇ ਕਰਨਾ। ਤੁਸੀਂ ਜੇ ਰਾਏ ਨੂੰ ਹੀ ਫੈਸਲਾ ਬਣਾਉਣਾ ਹੈ ਫਿਰ ਤਾਂ ਤੁਸੀਂ ਕਦੇ ਤੁਹਾਡੀ ਗੱਲ ਬਣ ਹੀ ਨਹੀਂ ਸਕਦੀ। ਇੱਦਾਂ ਹੀ ਪਾਰਟੀ 'ਚ ਇੰਨੇ ਲੋਕ ਹੁੰਦੇ ਨੇ, ਜਾਂ ਜੇ ਕੋਈ ਵਿਧਾਇਕ ਦਲ ਹੈ ਉਹਦੇ 'ਚ ਇੰਨੇ MLA ਹੁੰਦੇ ਨੇ, ਉਹਨਾਂ 'ਚ ਇੱਕ ਦੀ ਜੇ ਰਾਏ ਨਹੀਂ ਮੰਨੀ ਜਾਂਦੀ ਤਾਂ ਇਹਦਾ ਮਤਲਬ ਇਹ ਥੋੜ੍ਹਾ ਵੀ ਉਹ ਕਹੇ ਜੀ ਮੇਰੀ ਮੰਨੀ ਨਹੀਂ ਜਾਂਦੀ ਇਸ ਕਰਕੇ ਹੁਣ ਪਾਰਟੀ ਮਾੜੀ ਹੋ ਗਈ, ਬਲਕਿ ਉਹ ਅਨੁਸ਼ਾਸਨ ਨੂੰ ਉਸ ਤਰੀਕੇ ਨਾਲ ਭੰਗਾ ਕਰਦਾ। ਉਹਨੂੰ ਆਪਦੇ ਅੰਦਰ ਰਹਿ ਕੇ ਪੂਰਾ ਡਟ ਕੇ ਲੜਨਾ ਚਾਹੀਦਾ। ਇੱਕ ਦੂਜੀ ਗੱਲ ਇਹ ਹੋ ਗਈ ਆ ਵੀ ਇਹ ਬਦਲ ਕਿਉਂ ਰਹੇ ਨੇ, ਇਹ ਸਿਰਫ ਹੈਗਾ ਬਹਾਨਾ। ਉਹ ਜਿਵੇਂ ਪੰਜਾਬੀ ਦਾ ਅਖਾਣ ਹੈ ਵੀ ਤੇ ਤਖਾਂਦੇ ਦੀ ਦਾੜੀ ਹਿਲਦੀ ਹੈ, ਇਹ ਬਹਾਨਾ ਹੈ। ਅਸਲ 'ਚ ਪਾਰਟੀਆਂ ਦੇ ਕੋਲੇ ਹੁਣ ਦੇਸ਼ ਦੇ ਵਾਸਤੇ ਵਿਕਲਪ ਜਿਹੜਾ ਏਜੰਡਾ ਚਾਹੀਦਾ ਉਹ ਹੈ ਹੀ ਨਹੀਂ। ਸਾਰੀਆਂ ਪਾਰਟੀਆਂ ਹੀ ਕਾਰਪੋਰੇਟ ਨੂੰ ਸਾਰਾ ਕੁਝ ਵੇਚਣ ਨੂੰ ਤਿਆਰ ਨੇ, ਦੇਸੀ ਨੂੰ ਵੀ ਤੇ ਵਿਦੇਸੀ ਨੂੰ ਵੀ। ਹੁਣ ਜਦ ਏਜੰਡਾ ਤਾਂ ਇਹ ਹੈ ਵੀ ਸਾਰਾ ਕੁਝ ਕਾਰਪੋਰੇਟ ਨੂੰ ਵੇਚ ਦੇਣਾ, ਤੇ ਫਿਰ ਉਹਦੇ ਵਿੱਚ ਕਾਂਗਰਸ ਹੋਈ, ਅਕਾਲੀ ਦਲ ਹੋਇਆ, BJP ਹੋਈ, ਆਪ ਹੋਈ, ਜਾਂ ਕੋਈ ਖੇਤਰੀ ਪਾਰਟੀਆਂ, ਤ੍ਰਿਣਮੂਲ ਕਾਂਗਰਸ ਹੋ ਗਈ, ਜਾਂ ਕੋਈ ਹੋਰ ਆਪਾਂ ਲੈ ਲਈਏ ਮਾਇਆਵਤੀ ਦੀ BSP ਹੋ ਗਈ, ਜਾਂ ਫਿਰ ਇਹ ਅਖਿਲੇਸ਼ ਯਾਦਵ ਹੋਰਾਂ ਦੀ ਹੋ ਗਈ। ਇਹਨਾਂ ਦਾ ਮਤਲਬ ਕੋਈ ਆਪਣਾ ਵਜੂਦ ਉਸ ਤਰੀਕੇ ਦਾ ਨਹੀਂ ਰਹਿੰਦਾ ਕਿ ਜੀ ਅਸੀਂ ਇੱਕ ਅਸੂਲਾਂ ਦੇ ਉੱਤੇ, ਆਰਥਿਕ ਨੀਤੀ ਦੇ ਉੱਤੇ, ਸਮਾਜਿਕ ਨੀਤੀ ਦੇ ਉੱਤੇ, ਸਿਆਸੀ ਨੀਤੀ ਦੇ ਉੱਤੇ, ਫਲਸਫੇ ਦੇ ਆਧਾਰ ਤੇ ਗੱਲ ਕਰਦੇ ਹਾਂ। ਅਕਾਲੀ ਦਲ ਹੈ ਜਿਹੜਾ, ਇਹ ਇੱਕ ਫਲਸਫੇ ਦੇ ਆਧਾਰਿਤ ਪਾਰਟੀ ਸੀਗੀ। ਫਲਸਫਾ ਕੀ ਹੈ? ਸਿੱਖੀ ਦਾ ਫਲਸਫਾ, ਸਭੇ ਸਾਂਝੀ ਵਾਲ ਸਰਾਇਣ ਦਾ ਫਲਸਫਾ, ਨਾ ਕੋ ਬੇਰੀ ਨਾ ਹੈ ਬਗਾਨਾ ਦਾ ਫਲਸਫਾ, ਕਿਰਤ ਦਾ ਫਲਸਫਾ। ਪਰ ਇਹਨਾਂ ਨੇ ਵੀ ਉਹ ਫਲਸਫਾ ਛੱਡਤਾ। ਜਦ ਫਲਸਫਾ ਛੱਡ ਕੇ ਤੁਸੀਂ ਸਿਰਫ ਕੁਰਸੀ ਦੇ ਪਿੱਛੇ ਭੱਜੋਗੇ ਤੇ ਫਿਰ ਇਹਨਾਂ ਦੀ ਭੁੱਖ ਨਹੀਂ ਖਤਮ ਹੋਣੀ। ਇਸੇ ਕਰਕੇ ਬਾਬੇ ਨੇ ਕਿਹਾ ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾ ਪੁਰੀਆ ਪਾਰ। ਇਹਨਾਂ ਦੀ ਭੁੱਖ ਖਤਮ ਨਹੀਂ ਹੋਣੀ। ਇਹ ਬਾਕੀ ਤਾਂ ਬਹਾਨਾ ਲਾਉਂਦੇ ਨੇ ਵੀ ਜੀ ਉਹ ਹੁਣ ਪਾਰਟੀ 'ਚੋਂ ਡੈਮੋਕ੍ਰੇਸੀ ਨਹੀਂ ਰਹੀ, ਹੁਣ ਪਾਰਟੀ ਉਹੀ ਜੀ ਨਹੀਂ ਰਹੀ। ਉਹਨਾਂ ਨੂੰ ਪੁੱਛੋ ਜਿੱਥੇ ਗਏ ਉਹ ਜ਼ਿਆਦਾ ਚੰਗੇ ਹੋ ਗਏ। ਕੱਲ ਤੁਸੀਂ ਕਹਿੰਦੇ ਭਗਵੇਂ ਨੇ, ਅੱਜ ਤੁਸੀਂ ਕਹਿੰਦੇ ਹੋ ਵੀ ਉਹ ਮਾੜੇ ਨੇ। ਸੋ ਇਹ ਜਿਹੜਾ ਹੈਗਾ ਇਹ ਥਾਲੀ ਦੇ ਬੈਂਗਣ ਵਾਲਾ ਹਿਸਾਬ ਹੈ ਇਹਨਾਂ ਦਾ।
ਤੇ ਇਹ ਕਹਿੰਦੇ ਨੇ ਇਹਨਾਂ ਦਾ ਹਾਲ ਉਹ ਹੋ ਗਿਆ ਹੈ, ਜਿੱਥੇ ਦੇਖਾਂ ਤਵਾ ਪ੍ਰਾਂਤ ਉੱਥੇ ਗਾਵਾਂ ਦਿਨ ਤੇ ਰਾਤ। ਇਹ ਉੱਥੇ ਚਾਕਰੀ ਕਰਨ ਜਾਂਦੇ ਨੇ। ਇਹ ਕੋਈ ਇਹ ਨਹੀਂ ਹੈ ਵੀ ਇਹ ਉੱਥੇ ਜਾ ਕੇ ਦੇਸ਼ ਦੀ ਸੇਵਾ ਕਰਨਗੇ। ਕੋਈ ਨਾ ਕੋਈ ਲਾਲਚ ਹੁੰਦਾ ਹੈ, ਕੋਈ ਜਵਾਕ ਨੂੰ ਐਡਜਸਟ ਕਰਾ ਲਓ, ਕੋਈ ਆਪਣਾ ਵਪਾਰ ਵਧਾ ਲਓ, ਜਾਂ ਕਿਤੇ ਨਾ ਕਿਤੇ ਕੋਈ ਚੇਅਰਮੈਨੀ ਲੈ ਲਓ, ਜਾਂ ਘੱਟੋ ਘੱਟ ਉਹਨੂੰ ਕੁਝ ਕਹੋ ਨਾ ਵੀ ਆਪਦਾ ਜੋ ਮਰਜ਼ੀ ਲੁੱਟ ਖੁੱਟ ਕਰੀ ਜਾਵੇ, ਕਿਉਂਕਿ ਆਪਾਂ ਸਰਕਾਰੀ ਉਹ ਧਿਰ ਦੇ ਨਾਲ ਆ ਜਿਹੜੀ ਰਾਜ ਕਰਦੀ ਹੈ। ਸੋ ਜਦ ਤੁਸੀਂ ਜਦ ਲੱਭ ਤਾਂ ਨੇ ਕਿਹਾ, ਬਾਬਾ ਫਰੀਦ ਨੇ ਕਿਹਾ ਜਦ ਲੱਭ ਤਾਂ ਨੇ ਕਿਹਾ ਲੱਭ ਤਾਂ ਕੂੜਾ ਨੇ, ਕਿਚੜ ਝੱਟ ਲੰਗਾਈ ਆ ਛੱਪੜ ਟੁੱਟੇ ਮੇ। ਜਦ ਇਹ ਜੁੜੇ ਹੋਏ ਲਾਲਚ ਨਾਲ ਨੇ, ਜਿੱਦੇ ਉਹ ਲਾਲਚ ਪੂਰਾ ਨਹੀਂ ਹੋਏਗਾ ਉਹਦੇ ਛੱਡ ਜਾਣਗੇ। ਇਸੇ ਤਰੀਕੇ ਨਾਲ ਇਹ ਛੱਡ ਕੇ ਜਾਂਦੇ ਨੇ। ਜਦ ਟਿਕਟ ਨਹੀਂ ਮਿਲਦਾ ਤਾਂ ਛੱਡ ਕੇ ਜਾਂਦੇ। ਆਪਾਂ ਹੁਣੀ ਪਿੱਛੇ ਦੇਖਿਆ ਸੀ ਵੀ ਬੀਬੀ ਜਗੀਰ ਕੌਰ ਨੇ, ਇਹ ਤਾਂ ਸਿਆਸੀ ਹੈ ਉੱਥੇ, ਹਾਲਾਂਕਿ ਉਹ ਧਾਰਮਿਕ ਅਦਾਰਾ ਹੈ, ਬੀਬੀ ਜਗੀਰ ਕੌਰ ਨੇ ਛੱਡਤਾ ਵੀ ਮੈਨੂੰ SGPC ਪ੍ਰਧਾਨ ਨਹੀਂ ਬਣਾਉਂਦੇ, ਚਲੋ ਮੈਂ ਪੈਰਲ ਚੋਣ ਲੜਦੀ ਹਾਂ, ਮੈਂ ਛੱਡਿਆ ਤੁਹਾਨੂੰ। ਫਿਰ ਉਹ ਬੜਾ ਕੁਝ ਕਹਿਣ ਲੱਗੀ ਬੀਬੀ ਜਗੀਰ ਕੌਰ। ਸੋ ਇਹ ਜਿਹੜਾ ਸਾਡੇ ਕੋਲ ਤੌਰ ਤਰੀਕਾ ਆ ਗਿਆ ਹੈ ਪਾਰਟੀਆਂ ਦਾ ਕਿ ਜੋ ਸਾਡੀ ਪਾਰਟੀ ਨਹੀਂ ਕੁਝ ਕਰਦੀ। ਅਟਵਾਲ ਸਾਹਿਬ ਨੇ ਹੁਣ ਛੱਡੀ ਹੈ, ਉਹਨਾਂ ਨੂੰ ਪੁੱਛੋ, ਉਹ ਕਹਿਣਗੇ ਨਹੀਂ ਜੀ ਸੁਖਬੀਰ ਬਾਦਲ ਆਪਣੀ ਮਰਜ਼ੀ ਕਰਦਾ, ਫਲਾਣਾ ਆਪਣੀ। ਅਕਾਲੀ ਦਲ ਦੇ ਵਿੱਚ ਚੰਗਾ ਮਾੜਾ ਇਸ 'ਚ ਨਾ ਵੀ ਜਾਈਏ, ਅਜੇ ਤੱਕ ਅਕਾਲੀ ਦਲ ਦੇ ਵਿੱਚ ਇੱਕ ਵਿਕਲਪ ਲੀਡਰਸ਼ਿਪ, ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਮੈਂ ਇਹ ਨਹੀਂ ਕਹਿੰਦਾ ਵੀ ਉਹ ਜ਼ਰੂਰੀ ਹੈ ਜਾਂ ਉਹ ਚੱਲਣੀ ਚਾਹੀਦੀ ਹੈ ਜਾਂ ਸਭ ਕੁਝ ਹੈ, ਪਰ ਅਜੇ ਤੱਕ ਸੁਖਬੀਰ ਬਾਦਲ ਦੀ ਜਾਂ ਬਾਦਲ ਪਰਿਵਾਰ ਦੀ ਜਿਹੜੀ ਲੀਡਰਸ਼ਿਪ ਹੈ ਉਹਦਾ ਵਿਕਲਪ ਦਾ ਵਿਕਾਸ ਨਹੀਂ ਕਰ ਸਕੇ। ਕਿਉਂਕਿ ਚਮਚੇ ਬਣੇ ਰਹੇ। ਜੇ ਪਹਿਲਾਂ ਹੀ ਉੱਥੇ ਜਮਹੂਰੀਅਤ ਦੀ ਗੱਲ ਕਰਦੇ, ਸਿੱਖ ਫਲਸਫੇ ਦੀ ਗੱਲ ਕਰਦੇ, ਤਾਂ ਫਿਰ ਸ਼ਾਇਦ ਇਸ ਪਾਸੇ ਨੂੰ ਨਾ ਪਾਰਟੀ ਨੂੰ ਜਾਣਾ ਪੈਂਦਾ ਸੀ ਨਾ ਇਹਨਾਂ ਨੂੰ ਜਾਣਾ ਪੈਂਦਾ ਸੀ। ਕਿਉਂਕਿ ਇਹਨਾਂ ਦਾ ਉਦੋਂ ਉੱਥੇ ਜੀ ਹਜ਼ੂਰੀ ਬਣੇ ਰਹੇ। ਹੁਣ ਉਹਨਾਂ ਨੂੰ ਲੱਗਦਾ ਵੀ ਉੱਥੇ ਸ਼ਾਇਦ ਸਾਨੂੰ ਕੁਝ ਨਾ ਮਿਲੇ, ਹੁਣ ਉਹ ਦੂਜੇ ਪਾਸੇ ਜਾ ਰਹੇ ਨੇ। ਇਹ ਮੰਦਭਾਗਾ ਹੈਗਾ। ਦੇਸ਼ ਨੂੰ ਸਿਆਸਤ ਨੇ ਚਲਾਉਣਾ ਹੈ। ਜਦ ਸਿਆਸਤ 'ਚ ਕਦਰਾਂ ਕੀਮਤਾਂ ਇੰਨੀਆਂ ਥੱਲੇ ਆ ਗਈਆਂ, ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇਵਾਂਗਾ ਇਸ ਦੇ ਵਿੱਚ ਸਾਡੇ ਦਰਸ਼ਕਾਂ ਵਾਸਤੇ ਜੀ, ਵੀ ਸਿਆਸਤ ਦੀਆਂ ਕਦਰਾਂ ਕੀਮਤਾਂ ਕਿੱਥੇ ਕਿੰਨੀਆਂ ਤਕੜੀਆਂ ਸੀਗੀਆਂ। ਰਾਮ ਮਨੋਹਰ ਲੋਹੀਆ ਜੀ ਖੜੇ ਹੋਏ ਪੰਡਿਤ ਜਵਾਹਰ ਲਾਲ ਨਹਿਰੂ ਦੇ ਖਿਲਾਫ ਇਲਾਹਾਬਾਦ ਦੇ ਵਿੱਚ, ਔਰ ਉਹਨਾਂ ਨੇ ਪੰਡਿਤ ਨਹਿਰੂ ਨੂੰ ਚਿੱਠੀ ਲਿਖੀ ਕਿ ਜਵਾਹਰ, ਮੈਂ ਤੇਰੇ ਵਿਰੁੱਧ ਖੜਾ ਹੋ ਰਿਹਾ, ਠੀਕ, ਮੈਨੂੰ ਪਤਾ ਮੈਂ ਹਾਰੂੰਗਾ, ਪਰ ਮੈਂ ਖੜਾ ਸਿਰਫ ਇਸ ਕਰਕੇ ਹੋ ਰਿਹਾ ਕਿ ਕੋਈ ਕੱਲ ਨੂੰ ਆਉਣ ਵਾਲੀਆਂ ਨਸਲਾਂ ਇਹ ਨਾ ਕਹਿਣ ਵੀ ਜਵਾਹਰ ਦੇ ਖਿਲਾਫ ਤਾਂ ਕੋਈ ਖੜਾ ਵੀ ਨਹੀਂ ਹੋ ਸਕਦਾ ਸੀ, ਉਹ ਤਾਂ ਐਡਾ ਵੱਡਾ ਲੀਡਰ ਸੀ। ਤੇ ਪੰਡਿਤ ਜਵਾਹਰ ਲਾਲ ਨਹਿਰੂ ਜਿੱਤ ਗਏ। ਉਸ ਤੋਂ ਬਾਅਦ ਗਰਗ ਸਾਹਿਬ ਮੈਂ ਮਾਫੀ ਚਾਹੂੰਗਾ, ਤੁਹਾਨੂੰ ਰੋਕਣਾ ਚਾਹੂੰਗਾ, ਕਾਲਰ ਜੁੜ ਗਏ ਨੇ, ਆਪਾਂ ਇੱਥੋਂ ਹੀ ਗੱਲ ਨੂੰ ਕੰਟੀਨਿਊ ਕਰ ਲਾਂਗੇ ਤੁਹਾਡੀ ਗੱਲ ਨੂੰ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਤੇ। ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਕਿਸ਼ਨ ਦੇ ਬੋਲ ਰਹੇ ਜਲੰਧਰ ਤੋਂ। ਜੀ ਸਰ, ਮੈਂ ਤੁਸੀਂ ਦੇਖੋ, ਤੁਸੀਂ ਬੜਾ ਉਪਰਾਲਾ ਕਰਦੇ ਆ, ਤੁਸੀਂ ਸਰਕਾਰਾਂ ਨੇ ਸੁਧਰਨਾ ਨਹੀਂ। ਆਪਣੇ ਗਰਗ ਸਾਹਿਬ ਕਿੰਨੇ ਬੁੱਧੀਜੀਵੀ ਬੈਠੇ ਆ, ਇਹਨਾਂ ਕੋਲ ਜਵਾਬ ਲੈਣਾ। ਮੇਰਾ ਅੱਛੇ ਇਨਸਾਨ ਹੈ। ਦੇਖੋ, ਫੈਕਟਰੀਆਂ ਵਾਲੇ ਕਰੋੜਾਂ ਰੁਪਇਆ ਲਾਉਂਦੇ ਆ, ਉਹਨਾਂ ਨੂੰ ਵਿਚਾਰਿਆਂ ਨੂੰ ਉਹਨੇ ਪੈਸੇ ਨਹੀਂ ਮਿਲਦੇ। ਇੱਕ ਟੋਫੀਆਂ ਵੇਚਣ ਵਾਲਾ 5 ਸਾਲ ਲਈ MC ਬਣ ਜਾਂਦਾ, ਕਰੋੜਾਂ ਰੁਪਇਆ ਕਿੱਥੋਂ ਆਉਂਦਾ ਉਹਦੇ ਕੋਲ? MLA ਕਰੋੜਾਂ ਰੁਪਇਆ ਕਿੱਥੋਂ ਆਉਂਦਾ? ਸਾਡੇ ਪੈਸੇ ਟੁੱਟ ਕੇ ਖਾਈ ਜਾਂਦੇ। ਪਾਰਟੀਆਂ ਬਦਲਣ ਨੂੰ ਕੋਈ ਦੋਸ਼, ਪੈਸਾ ਚਾਹੀਦੇ ਇਹਨਾਂ ਨੂੰ, ਪੈਸਾ ਕਮਾਉਂਦੇ ਆ। ਇਹ ਕਿੱਦਾਂ ਹੱਲ ਹੋਊਗਾ? ਤੁਸੀਂ ਤਾਂ ਉਪਰਾਲੇ ਕਰਦੇ ਆ, ਵਿਚਾਰੇ ਬੁੱਧੀ ਵੀ ਬੈਠੇ ਵੀ ਕਰਦੇ ਨਾਲ, ਕਿਹਦਾ ਹੱਲ ਕੌਣ ਕਰੂਗਾ? ਕੋਰਟ 'ਚ ਆ ਕੇ ਤੇ ਜਿੱਤ ਜਾਂਦੇ। ਇਹ ਤੁਹਾਨੂੰ ਲੱਗਦਾ ਕਿ ਸਖਤ ਕਾਨੂੰਨ ਹੋਣਾ ਚਾਹੀਦਾ ਇਸ ਦੇ ਲਈ? ਸਰ, ਕਿੱਦਾਂ ਕੌਣ ਕਰੂ ਸਖਤ ਕਾਨੂੰਨ? ਮੈਂ ਇੱਕ ਗੱਲ ਮਾਫੀ ਮੰਗਣਾ, ਗੱਲ ਕਰਨ ਤੋਂ ਪਹਿਲਾਂ ਸਖਤ ਕਾਨੂੰਨ ਕਿਹੜਾ ਹੋਊਗਾ ਦੱਸੋ? ਜੱਜ ਇਹਨਾਂ ਦੇ, ਵਕੀਲ ਇਹਨਾਂ ਦੇ, ਸਖਤ ਕਾਨੂੰਨ ਕਿਹੜਾ ਹੋਊ ਦੱਸੋ ਮੈਨੂੰ? ਉੱਥੇ ਕੀ ਕਰਾਂਗੇ? ਉੱਥੇ ਜਾ ਕੇ ਇਹ ਪਰਮਾਤਮਾ ਹੀ ਕਰੂਗਾ। ਫਿਰ ਜਦੋਂ ਪ੍ਰਚਾਰਾਂ ਦਾ ਬਣਾ ਫਿਰ ਕੰਮ ਦੇ ਲੋਕੀ, ਕੋਈ ਵੀ ਪਾਰਟੀ ਹੋਵੇ, ਇਹਨਾਂ ਨੇ ਏਦਾਂ ਹੀ ਆ। ਕਿਹੜਾ ਕਰੂ ਬੰਦਾ ਜਾਊ ਦੱਸ? ਗਰਗ ਸਾਹਿਬ ਮੇਰਾ ਜਵਾਬ ਦੇਣ ਨਿਵੇਦਨ ਦੇ ਨਾਲ। ਇਹ ਵਿਚਾਰੇ ਬਹੁਤ ਬੁੱਧੀਜੀਵੀ ਆ। ਜੋ ਮੈਂ ਕਹਿ ਤਾ ਇਹਨਾਂ ਨੇ ਕਹਿਣਾ, ਜੱਜ ਇਹਨਾਂ ਦੇ, ਵਕੀਲ ਇਹਨਾਂ ਦੇ। ਜੱਜ ਸਾਰੇ ਮਾੜੇ ਨਹੀਂ ਕਹਿੰਦਾ, ਮੈਂ ਅੱਛੇ ਵੀ ਹੈਗੇ, ਵਕੀਲ ਵੀ ਅੱਛੇ ਹੈਗੇ ਆ। ਇਨਸਾਫ ਕਿੱਥੇ ਮਿਲੂਗਾ ਦੱਸੋ ਮੈਨੂੰ? ਠੀਕ ਹੈ, ਇਹਨਾਂ ਨੂੰ ਕਿੰਨੇ ਜਿਹੜਾ ਅਰਬਾਂ ਰੁਪਇਆ ਕਮਾ ਕੇ ਇਹਨਾਂ ਨੇ ਅਰਬਾਂ ਰੁਪਇਆ ਕਮਾਉਂਦੇ ਆ। ਜੇ 5 ਲੱਖ ਦੀ ਵਕੀਲ ਨੂੰ ਦੇ ਤਾਂ ਕੋਈ ਨਹੀਂ, ਸਾਡੇ ਗਰੀਬ ਧੱਕੇ ਖਾਂਦਾ। ਮੈਂ ਸੱਚ ਗੱਲ ਕੀਤੀ ਆ। ਪਹਿਲਾਂ ਮਾਫੀ ਮੰਗ ਲਈ, ਮੁੜ ਕੇ ਮੇਰੇ ਤੇ ਕਾਹਨੂੰ ਬੱਚਾ ਨਾ 10 ਦਿਨ ਕਰਦੇ ਕੋਈ ਹਰੇਕ ਦੇ ਬੱਚਾ ਦਾ ਕਰਦੇ। ਠੀਕ ਹੈ, ਸ਼ੁਕਰੀਆ ਜੀ। ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਪਟਿਆਲੇ ਤੋਂ ਬੋਲਦੀ ਹੈ ਬਲਜੀਤ ਕੌਰ ਅਕਾਲਗੜ੍ਹ। ਹਾਂਜੀ ਬਲਜੀਤ ਜੀ, ਤੁਸੀਂ ਬੜਾ ਇੰਟਰਸਟਿੰਗ ਮੁੱਦਾ ਜਿਹੜਾ ਅੱਜ ਚੁਣਿਆ ਹੈਗਾ। ਇਹ ਅੱਜ ਦਾ ਨਹੀਂ ਹੈਗਾ ਜੀ। ਸਿਆਸਤ ਵਿੱਚੋਂ ਜਿਹੜੀ ਚੇਂਜ ਹੁੰਦੀ ਹੈ ਨਾ, ਇੱਕ ਦੂਜੇ ਪਾਰਟੀਆਂ 'ਚ ਜਾਂਦੇ ਆ ਔਰ ਜਾਂਦੇ ਛਾਲ ਮਾਰ ਕੇ ਆ, ਤੇ ਫਿਰ ਥੋੜੀ ਕੁ ਦੇਰ ਬਾਅਦ ਨਾ ਆ ਵੀ ਜਾਂਦੇ ਕਈ ਵਾਰੀ ਵਾਪਸ, ਕਹਿਣਗੇ ਵੀ ਸਾਡੇ ਤਾਂ ਉੱਥੇ ਜਾ ਕੇ ਵਿਚਾਰ ਨਹੀਂ ਮਿਲੇ, ਸਾਨੂੰ ਮਾਣ ਸਨਮਾਨ ਨਹੀਂ ਮਿਲਿਆ, ਅਸੀਂ ਤਾਂ ਹੁਣ ਘਰ ਵਾਪਸੀ ਕਰ ਰਹੇ ਹਾਂ। ਆ ਵੀ ਬੜੀ ਵੱਡੀ ਗੱਲ ਹੈ। ਸਾਡੇ ਵਰਗੇ ਆਮ ਬੰਦਿਆਂ ਨੂੰ ਆਹ ਗੱਲ ਕਹਿੰਦੇ ਆ, ਸ਼ਰਮਿੰਦਗੀ ਆਊਗੀ, ਪਰ ਇਹਨਾਂ ਲੋਕਾਂ ਨੂੰ ਬਾਈ ਜੀ ਸ਼ਰਮ ਵੀ ਨਹੀਂ ਆਉਂਦੀ,
ਪਰ ਇਹ ਲੋਕ ਨਿੱਜੀ ਫਾਇਦੇ ਲਈ, ਆਪਦੇ ਸਿਆਸਤ ਦੇ ਫਾਇਦੇ ਲਈ ਇਹ ਪਾਰਟੀਆਂ ਬਦਲਦੇ ਆ। ਜਦੋਂ ਇਹਨਾਂ ਨੂੰ ਟਿਕਟ ਨਹੀਂ ਮਿਲਦੀ ਜਾਂ ਜਦੋਂ ਇਹਦਾ ਕੋਈ ਕੰਮ ਨਹੀਂ ਹੁੰਦਾ ਤਾਂ ਫਿਰ ਇਹ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਵੀ ਦੂਜੀ ਪਾਰਟੀਆਂ ਦੇ ਕਹੇ ਤੇ ਰੌਲਾ ਸ਼ੁਰੂ ਕਰ ਦਿੰਦੇ ਆ। ਠੀਕ ਹੈ, ਇਹ ਗੱਲਾਂ ਵੀ ਮੈਂ ਦੇਖੀਆਂ ਹੈਗੀਆਂ। ਪਰੰਤੂ ਇਹ ਜਿਹੜਾ ਰੁਝਾਨ ਹੈ ਬਹੁਤ ਮਾੜਾ। ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਵੀ ਜਿਹੜਾ ਆਹ ਪਾਰਟੀ ਦਾ ਨਹੀਂ ਬਣਿਆ ਦੂਜੇ ਪਾਸੇ ਚਲਾ ਗਿਆ, ਇਹਨੇ ਸਰਬੱਤ ਦਾ ਭਲਾ ਤਾਂ ਕਰਨਾ ਨਹੀਂ ਹੈਗਾ, ਸੁਸਾਇਟੀ ਦਾ ਭਲਾ ਨਹੀਂ ਕਰਨਾ। ਇਹ ਲੋਕਾਂ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਜੀ। ਤੁਹਾਨੂੰ ਲੱਗਦਾ ਕਿ ਭਰੋਸੇਯੋਗਤਾ ਜਿਹੜੀ ਹੈ ਉਹ ਆਗੂਆਂ ਦੀ ਘਟਦੀ ਹੈ, ਔਰ ਕੀ ਤੁਹਾਨੂੰ ਲੱਗਦਾ ਕਿ ਇਸ ਦੇ ਉੱਪਰ ਕੋਈ ਸਖਤ ਜੇ ਕਾਨੂੰਨ ਹੋਵੇ ਤਾਂ ਫਿਰ ਸ਼ਾਇਦ ਇਹ ਰੁਝਾਨ ਘਟੇ? ਹਾਂਜੀ ਬਾਈ ਜੀ, ਭਰੋਸੇਯੋਗਤਾ ਤਾਂ ਜ਼ੀਰੋ ਹੋ ਜਾਂਦੀ ਹੈ। ਔਰ ਰੁਝਾਨ ਜਿਹੜਾ ਹੈਗਾ ਕਾਨੂੰਨ ਉਸੇ ਨੇ ਬਣਾਉਣਾ ਜਿਹੜੇ ਸੰਸਦ ਵਿੱਚ ਬੈਠੇ ਆ, ਤੇ ਜਿਹੜੇ ਸੰਸਦ ਵਿੱਚ ਬੈਠੇ ਆ ਉਹ ਇਸ ਵਾਸਤੇ ਕਾਨੂੰਨ ਕਿਉਂ ਬਣਾਉਣਗੇ? ਉਹ ਤਾਂ ਜਦ ਹੁੰਦਾ ਆਪਣੀਆਂ ਤਨਖਾਹਾਂ ਵਧਾ ਲਈਆਂ, ਜਦ ਹੋਇਆ ਆਪਦੀਆਂ ਗੱਡੀਆਂ ਨਵੀਆਂ ਲੈ ਲਈਆਂ, ਜਾ ਕੇ ਦੇਖ ਲਓ ਕਿੰਨੇ ਖਰਚੇ ਹੋ ਰਹੇ ਹੈਗੇ ਆ। ਇਹ ਆਪਣੀਆਂ ਜੇਬਾਂ ਚੋਂ ਹੀ ਜਾਂਦਾ ਬਾਈ ਜੀ। ਇਹ ਤਾਂ ਲੋਕੀ ਸਮਝਣ, ਲੋਕ ਜਵਾਬ ਦੇਣ ਤਾਂ ਗੱਲ ਬਣੂ, ਅਦਰਵਾਈਜ਼ ਨਹੀਂ ਬਣਦੀ। ਇੱਕ ਗੱਲ ਮੈਂ ਹੋਰ ਜ਼ਰੂਰ ਕਹੂੰਗੀ, ਹੁਣ ਗਰਗ ਸਾਹਿਬ ਮੇਰੇ ਬੜੇ ਸਤਿਕਾਰਯੋਗ ਨੇ ਵੀ ਅਕਾਲੀ ਦਲ ਜਿਹੜਾ ਹੈਗਾ ਜੀ ਇਹ ਸਰਬ ਸਾਂਝੀਵਾਲਤਾ, ਸਰਬੱਤ ਦੇ ਭਲੇ ਦੇ ਆਸ਼ੇ ਨਾਲ ਚੱਲਦਾ, ਔਰ ਇੱਕੋ ਇੱਕ ਪਾਰਟੀ ਹੈ ਜਿੱਥੇ ਵਰਕਰਾਂ ਦਾ ਸਨਮਾਨ ਹੈਗਾ। ਤੇ ਜੇ ਕੋਈ ਲੋਕ ਲਾਲਚ ਕਰਕੇ 20 ਵਾਰ ਪ੍ਰਧਾਨ ਬਣ ਕੇ ਤੇ ਮਗਰੋਂ ਕੱਢੀ ਜਾਣ ਗਾਲਾਂ ਤੇ ਲੋਕ ਉਹਦੇ ਤੇ ਇਤਬਾਰ ਕਰਨ, ਫਿਰ ਲੋਕਾਂ ਦੀ ਮਾੜੀ ਗੱਲ ਹੈ ਜੀ। ਇਹ ਪਾਰਟੀ ਇੱਕੋ ਪਾਰਟੀ ਹੈ ਜਿਹੜੀ ਕਿ ਸਰਬੱਤ ਦਾ ਭਲਾ ਕਰਨ ਦਾ ਸੋਚਦੀ ਹੈ, ਔਰ ਪੰਜਾਬ ਦੇ ਵਿੱਚ ਸਾਂਝੀਵਾਲਤਾ ਸਿਰਫ ਇਸ ਪਾਰਟੀ ਨੇ ਬਣਾ ਕੇ ਰੱਖੀ ਹੈ ਬਾਈ ਜੀ। ਥੈਂਕ ਯੂ ਸੋ ਮਚ। ਸ਼ੁਕਰੀਆ ਬਲਜੀਤ ਜੀ, ਤੁਸੀਂ ਜੁੜੇ ਔਰ ਬੜੀ ਤਫਸੀਲ ਦੇ ਨਾਲ ਤੁਸੀਂ ਆਪਣੀ ਗੱਲਬਾਤ ਜਿਹੜੀ ਆ ਰੱਖੀ ਹੈ। ਡਾਕਟਰ ਸਾਹਿਬ, ਤੁਸੀਂ ਗੱਲ ਆਪਣੀ ਚੱਲ ਰਹੀ ਸੀ, ਤੁਸੀਂ ਕੰਟੀਨਿਊ ਕਰ ਸਕਦੇ ਹੋ, ਔਰ ਜਿਹੜੇ ਦੋ ਕਾਲਰ ਸਾਡੇ ਨਾਲ ਜੁੜੇ ਉਹਨਾਂ ਦੇ ਬਾਰੇ ਵੀ ਰਾਏ ਆਪਣੀ ਸਾਂਝੀ ਕਰ ਸਕਦੇ ਹੋ। ਹਾਂਜੀ, ਤੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਲੋਕ ਸਭਾ ਦੇ ਗਠਨ ਤੋਂ ਬਾਅਦ ਰਾਮ ਮਨੋਹਰ ਲੋਹੀਆ ਜੀ ਨੂੰ ਚਿੱਠੀ ਲਿਖੀ, ਰਾਮ ਤੇਰੇ ਬਿਨਾ ਲੋਕ ਸਭਾ ਸੋਹਣੀ ਨਹੀਂ ਲੱਗਦੀ। ਮੈਂ ਉਹ ਬੰਦੇ ਲੋਕ ਸਭਾ ਚਾਹੁੰਦਾ ਜਿਹੜੇ ਮੈਨੂੰ ਜਵਾਹਰ ਕਹਿ ਕੇ ਗੱਲ ਕਰ ਸਕਣ। ਅਸੀਂ ਅਸਾਮ ਚੋਂ ਫਲਾਣੇ ਬੰਦੇ ਤੋਂ ਅਸਤੀਫਾ ਦਵਾ ਰਹੇ ਹਾਂ, ਤੈਂ ਸਿਰਫ ਕਾਗਜ਼ ਸਾਈਨ ਕਰਨੇ ਨੇ ਤੇ ਜਿੱਤਣਾ ਹੀ ਹੈ, ਇਹ ਤੇਰਾ ਕੰਮ, ਤੈਨੂੰ ਉੱਥੇ ਜਾਣ ਦੀ ਉਹ ਨਹੀਂ ਲੋੜ, ਕਿਉਂਕਿ ਮੈਂ ਚਾਹੁੰਦਾ ਕਿ ਤੂੰ ਲੋਕ ਸਭਾ। ਇੱਕ ਇਹ ਸੀਗਾ ਨੋਰਮ। ਇੱਕ ਅੱਜ ਇਹ ਨੋਰਮ ਹੈ ਜਿਹਨੂੰ ਆਪਾਂ ਕਹਿੰਦੇ ਡੱਡੂਆਂ ਦੀ ਪੰਸੇਰੀ ਤਰ੍ਹਾਂ ਛਾਲ ਮਾਰ ਕੇ ਉੱਧਰ, ਛਾਲ ਮਾਰ ਕੇ ਉੱਧਰ ਛਾਲ। ਇਹ ਬੀਬੀ ਜੀ ਨੇ, ਦੂਸਰੇ ਕਾਲਰ ਨੇ, ਇਹਨਾਂ ਨੇ ਸਹੀ ਕਿਹਾ ਹੈ ਕਿ ਵੀ ਇਹਨਾਂ ਦਾ ਜਿਹੜਾ ਇਰਾਦਾ ਹੈ ਉਹ ਇਰਾਦਾ ਦੇਸ਼ ਸੇਵਾ ਜਾਂ ਕੋਈ ਵਿਧਾਨ ਦੀ ਸੇਵਾ ਜਾਂ ਸਮਾਜ ਨੂੰ ਸੁਧਾਰਨ ਦੀ ਗੱਲ ਜਾਂ ਸਾਡੇ ਅਰਥਚਾਰੇ ਨੂੰ ਸੁਧਾਰਨ ਦੀ ਗੱਲ ਜਾਂ ਚੰਗੀ ਸਿਆਸਤ ਕਰਨ ਦੀ ਗੱਲ ਜਾਂ ਨੈਤਿਕ ਕਦਰਾਂ ਕੀਮਤਾਂ ਦੀ ਗੱਲ, ਇਹ ਇਹਨਾਂ ਦਾ ਵਿਸ਼ਾ ਹੀ ਨਹੀਂ ਹੈ। ਇਹਨਾਂ ਦਾ ਵਿਸ਼ਾ ਸਿਰਫ ਆਪਣਾ ਪਰਿਵਾਰ ਦੇ ਦਰਬਾਰ ਤੇ ਵਪਾਰ ਵਧਾਉਣਾ ਹੈ। ਜਦ ਤੁਸੀਂ ਵਪਾਰੀ ਹੋ ਗਏ ਤੇ ਵਪਾਰੀ ਬੰਦੇ ਦੇ ਮੁਨਾਫਾ ਸਭ ਤੋਂ ਪਹਿਲਾਂ ਅੱਗੇ, ਹਾਲਾਂਕਿ ਵਪਾਰੀ ਵੀ ਬਹੁਤ ਚੰਗੇ ਹੈਗੇ ਨੇ ਜਿਹੜੇ ਮੁਨਾਫੇ ਦੇ ਨਾਲ ਨਾਲ ਚੰਗਾ ਮਾਲ ਵੀ ਦਿੰਦੇ ਨੇ, ਪਰ ਅੱਜ ਦਾ ਸਾਡਾ ਸਿਆਸਤਦਾਨ ਉਹੋ ਜਿਹਾ ਵਪਾਰੀ ਹੋ ਗਿਆ ਜਿਹੜਾ ਵਪਾਰੀ ਮੁਨਾਫੇ ਤੇ ਰੱਜਦਾ ਹੀ ਨਹੀਂ ਤੇ ਉਹ ਜ਼ਹਿਰ ਵੀ ਵੇਚਣ ਨੂੰ ਤਿਆਰ ਹੋ ਜਾਂਦਾ ਹੈ। ਸੋ ਸਾਡਾ ਸਿਆਸਤਦਾਨ, ਹੁਣ ਇਹ ਜਿਹੜਾ ਦੂਜਾ ਸਵਾਲ ਸੀ ਕਿ ਜੀ ਇਹ ਕਾਨੂੰਨ ਕੌਣ ਬਣਾਏਗਾ, ਕਿਵੇਂ ਬਣਾਏਗਾ, ਤੇ ਇਹ ਤਾਂ ਉੱਧਰ ਜਾਂਦੇ ਨੇ, ਜਿਹੜਾ ਇੰਡਸਟਰੀਲਿਸਟ ਆ ਉਹ ਇੰਨਾ ਪੈਸਾ ਲਾਉਂਦਾ ਹੈ। ਇਹ ਠੀਕ ਹੈ, ਇੰਡਸਟਰੀਲਿਸਟ ਪੈਸਾ ਲਾਉਂਦਾ ਹੈ, ਉਦਯੋਗਪਤੀ ਪੈਸਾ ਲਾਉਂਦਾ, ਉਹ ਵੀ ਸਮਾਜ ਦੇ ਵਿਕਾਸ 'ਚ ਬਹੁਤ ਵੱਡਾ ਹਿੱਸਾ ਪਾ ਰਿਹਾ ਹੈ। ਪਰ ਜੇ ਅਸੀਂ ਸੋਚੇ ਇਕੱਲਾ ਉਦਯੋਗ ਪਾ ਰਿਹਾ ਹੈ ਜਾਂ ਵੱਡਾ ਉਦਯੋਗ ਪਾ ਰਿਹਾ ਹੈ ਜਾਂ ਇਕੱਲੇ ਸੇਵਾ ਕਰਨ ਵਾਲੇ ਪਾ ਰਹੇ ਨੇ ਜਾਂ ਖੇਤੀ ਵਾਲੇ ਪਾ ਰਹੇ ਨੇ ਜਾਂ ਇਕੱਲੇ ਦਿਹਾੜੀ ਕਰਨ ਵਾਲੇ, ਸਾਰਾ ਸਮਾਜ ਹੀ ਰਲ ਕੇ ਸਮਾਜ ਨੂੰ ਵਿਕਾਸ ਕਰ ਰਿਹਾ। ਹਰ ਇੱਕ ਦੇ ਯੋਗਦਾਨ ਹੈ। ਉਹ ਯੋਗਦਾਨ ਨੂੰ ਅਸੀਂ ਕਿਵੇਂ ਭੁੱਲ ਜਾਂਦੇ ਹਾਂ। ਜਿਹੜਾ ਉਦਯੋਗਪਤੀ ਦੀ ਮਸ਼ੀਨ ਬਣੀ ਹੈ ਉਹਨੇ ਆਪ ਥੋੜ੍ਹਾ ਬਣਾਈ ਹੈ। ਕਿਸੇ ਨੇ ਲੋਹਾ ਕੱਢਿਆ ਹੈ, ਕਿਸੇ ਨੇ ਕੁਝ ਕਰਿਆ ਹੈ, ਇੱਦਾਂ ਹੀ ਕੱਚਾ ਮਾਲ ਉੱਥੇ ਆਉਂਦਾ ਹੈ, ਇੱਦਾਂ ਹੀ ਪੱਕਾ ਮਾਲ ਬਣਦਾ ਹੈ, ਫਿਰ ਉਹ ਪੱਕਾ ਮਾਲ ਵਿਕਦਾ ਹੈ। ਸੋ ਬਹੁਤ ਸਾਰਾ ਸਮਾਜ ਦਾ ਹਿੱਸਾ ਹੈ। ਸਮਾਜ ਦੇ ਵੱਖ-ਵੱਖ ਅੰਗ ਉਹਦੇ 'ਚ ਹਿੱਸਾ ਪਾਉਂਦੇ ਨੇ ਤਾਂ ਉਹ ਵੱਡੇ ਵੱਡੇ ਅਦਾਰੇ, ਵੱਡਾ ਵਿਕਾਸ ਹੁੰਦਾ ਹੈ। ਤੇ ਸਮਾਜ ਦੇ ਵਿੱਚ ਜਿਹੜੇ ਰਹਿਬਰ ਨੇ, ਜਿਹੜੇ ਰਾਜ ਕਰਨ ਵਾਲੇ ਨੇ, ਉਹਨਾਂ ਦੀ ਡਿਊਟੀ ਬਣਦੀ ਹੈ ਕਿ ਉਹ ਜਿਹੜਾ ਉਤਪਾਦਨ ਹੋਵੇ ਉਹਦੀ ਨਿਆਂ ਸੰਗਤ ਵੰਡ ਕਰਨ। ਇਹ ਨਾ ਹੋਵੇ ਇੱਕ ਪਾਸੇ ਰੇਗਿਸਤਾਨ ਹੀ ਬਣਿਆ ਰਹੇ ਤੇ ਦੂਜੇ ਪਾਸੇ ਛੋਟੇ ਛੋਟੇ ਨਕਲਸਤਾਨ ਬਣ ਜਾਣ, ਜਾਂ ਤੇਲ ਤੇ ਪਾਣੀ ਪਹੁੰਚੇ ਹੀ ਨਾ ਤੇ ਉਤਲੀ ਸਾਰੇ ਖਾ ਜਾਣ। ਸੋ ਇੱਕ ਤਾਂ ਇਹ ਜ਼ਰੂਰੀ ਹੈ। ਇਹਦੇ ਵਾਸਤੇ ਕੀ ਹੈ, ਪਹਿਲਾਂ ਲੋਕ ਸੱਚੀ ਮੁੱਚੀ ਜਿਹੜਾ ਆਪਾਂ ਕਹਾਂਗੇ ਫਲਸਫਾ ਜਾਂ ਪਾਰਟੀ ਦੀ ਲਾਈਨ, ਪਾਰਟੀ ਦੀ ਵਿਚਾਰਧਾਰਾ ਦੇ ਉੱਤੇ ਗੱਲ ਕਰਦੇ ਸੀ। ਬੀਜੇਪੀ ਵਾਲੇ ਵੀ ਨਹੀਂ ਭੱਜ ਕੇ ਜਾਂਦੇ ਸੀ। ਪਹਿਲੀ ਵਾਰੀ ਹੋਇਆ ਸੀ ਕਿ ਸਰਦਾਰ ਬੇਅੰਤ ਸਿੰਘ ਦੀ ਸਰਕਾਰ ਵੇਲੇ ਇੱਕ ਕਮਿਊਨਿਸਟ ਪਾਰਟੀ ਦੇ ਤੇ ਉੱਥੋਂ ਬਠਿੰਡੇ ਵੱਲੋਂ, ਮਲੋਟ ਵੱਲੋਂ
ਤੇ 2 ਇਹਨਾਂ ਦੇ ਬੀਜੇਪੀ ਦੇ, ਇੱਕ ਅਨੰਦਪੁਰ ਸਾਹਿਬ ਤੋਂ ਤੇ ਇੱਕ ਫਤਿਹਗੜ੍ਹ ਸਾਹਿਬ ਤੋਂ, ਇਹ 2 MLA ਕਾਂਗਰਸ 'ਚ ਰਲ ਗਏ ਸੀ। ਉਸ ਤੋਂ ਬਾਅਦ ਤਾਂ ਆਪਾਂ ਨੂੰ ਪਤਾ ਹੀ ਹੈ ਜਿਹੋ ਜਿਹੇ ਗੇੜੇ ਚੱਲਦੇ ਰਹੇ ਨੇ। ਪਰ ਪਹਿਲਾਂ ਨਾ ਬੀਜੇਪੀ ਆਪਣੀਆਂ ਪਾਰਟੀਆਂ ਇਦਾਂ ਛੱਡਦੀ ਸੀ, ਨਾ ਕਾਂਗਰਸ ਛੱਡਦੀ ਸੀ, ਨਾ ਕਮਿਊਨਿਸਟਾਂ ਦੇ ਤਾਂ ਗੱਲ ਹੀ ਕੋਈ ਨਹੀਂ ਸੀ ਵੀ ਪਾਰਟੀ ਬਦਲ ਜਾਣ। ਇਦਾਂ ਆਪਸ ਵਿੱਚ ਟੁੱਟ ਭੱਜ ਜਿੰਨੀ ਮਰਜ਼ੀ ਹੋ ਜਾਂਦੀ। ਬਾਅਦ ਦੇ ਵਿੱਚ ਆ ਕੇ 90ਵਿਆਂ ਤੋਂ ਜਦ ਇਹ ਬਕਾਊ ਹੋ ਗਿਆ ਮਾਲ, ਜਦ ਦੇਸ਼ ਦੇ ਵਿੱਚ ਜਿਹੜੀਆਂ ਮੈਂ ਕਹਾਂਗਾ ਨਿੱਜੀਕਰਨ ਦੀਆਂ ਨੀਤੀਆਂ ਆ ਗਈਆਂ, ਪ੍ਰਾਈਵੇਟ ਕਰ ਦਿਓ ਸਾਰਾ ਕੁਝ, ਸਰਕਾਰੀ ਤੰਤਰ ਨੂੰ ਢਾਹ ਦਿਓ ਤੇ ਲੋਕ ਆਪਦਾ ਖਰਚਾ ਕਰਕੇ ਪੜ੍ਹਾਈ ਕਰਨ, ਆਪਦਾ ਖਰਚਾ ਕਰਕੇ ਸਿਹਤ ਲੈਣ। ਸਰਕਾਰ ਨੇ ਆਪਦਾ ਹੱਥ ਜਿਹੜੀਆਂ ਸੇਵਾਵਾਂ ਤੋਂ ਖਿੱਚਣਾ ਸ਼ੁਰੂ ਕਰਤਾ, ਜਿਹੜੀਆਂ ਸਮਾਜਿਕ ਸੇਵਾਵਾਂ ਜ਼ਰੂਰੀ ਨੇ, ਤਾਂ ਉਦੋਂ ਤੋਂ ਫਿਰ ਇਹ ਆਪਾ ਧਾਪੀ ਜ਼ਿਆਦਾ ਪੈ ਗਈ। ਠੀਕ ਹੈ। ਉਹਨੂੰ ਰੋਕਣ ਵਾਸਤੇ ਉਦੋਂ ਪਹਿਲਾਂ ਹੀ ਸ਼ੁਰੂ ਹੋਇਆ ਦਲ ਬਦਲੂ ਕਾਨੂੰਨ, ਜਿਵੇਂ ਕਿਉਂਕਿ ਜਿਹੜਾ ਸੀਗਾ ਭਜਨ ਲਾਲ ਜੀ ਹੁਣ ਅੱਜ ਨਹੀਂ ਰਹੇ ਦੁਨੀਆ 'ਚ, ਭਜਨ ਲਾਲ ਸਾਰੀ ਰਾਮ ਡੋਰੀ ਲੈ ਕੇ ਉਦੋਂ ਉਸ ਨਾਰੇ ਨੂੰ ਆਇਆ ਰਾਮ ਗਿਆ ਰਾਮ ਨੂੰ ਜ਼ਿਆਦਾ ਪੱਕਾ ਉਹ ਮਿਲ ਗਿਆ ਸੀ ਲਕਬ ਕਿ ਜੇ ਤਾਂ ਆਇਆ ਰਾਮ ਗਿਆ ਰਾਮ ਹੀ ਬਣ ਗਏ ਸਾਰੇ। ਡਾਕਟਰ ਸਾਹਿਬ ਸਾਡੇ ਨਾਲ ਕਾਲਰ ਵੀ 2 ਜੁੜ ਗਏ ਨੇ, ਆਪਾਂ ਉਹਨਾਂ ਦੀ ਵੀ ਰਾਏ ਸ਼ੁਮਾਰ ਕਰ ਲਈਏ, ਫਿਰ ਆਪਾਂ ਇੱਥੋਂ ਹੀ ਤੁਹਾਡੀ ਗੱਲ ਮੈਂ ਕੰਟੀਨਿਊ ਕਰ ਲੂੰਗਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਡੇਲੀ ਪੋਸਟ ਤੇ। ਕੀ ਕਹਿਣਾ ਚਾਹੁੰਦੇ ਹੋ? ਮੈਂ ਜੀ ਕੋਈ ਬਹੁਤਾ ਪੜ੍ਹਿਆ ਲਿਖਿਆ ਤਾਂ ਹੈ ਨਹੀਂ, ਅਨਪੜ੍ਹ ਹੀ ਹਾਂ ਜੀ। ਤੇ ਮੈਂ ਬੇਨਤੀ ਕਰੂੰਗਾ ਇੱਕੋ ਹੀ ਗੱਲ, ਜਿੰਨੀਆਂ ਸਿਆਸੀ ਪਾਰਟੀਆਂ ਇਹ ਸਾਰੀਆਂ ਆਪਣੇ ਮਤਲਬ ਦੇ ਲਈ ਪਾਰਟੀਆਂ ਬਦਲਦੀਆਂ। ਇਹਨਾਂ ਨੇ ਇੱਕ ਸਟੰਟ ਬਣਾ ਲਿਆ ਆ, ਸਾਰੀਆਂ ਪਾਰਟੀਆਂ ਆਪਸ ਵਿੱਚ ਸਮਝੌਤਾ ਕਰ ਲਿਆ ਵੀ ਤੁਸੀਂ ਆਪਾਂ ਇੱਕ ਦੂਜੇ ਨੂੰ ਗਾਲਾਂ ਵੀ ਕੱਢਣੀਆਂ, ਜੋ ਮੰਦਾ ਚੰਗਾ ਬੋਲਣਾ, ਤੇ ਆਪਾਂ ਪਾਰਟੀ ਉਹੀ ਪਾਰਟੀ ਫੇਰ ਵੜਦੇ ਜਾ। ਜੇ ਆਪਾਂ ਆਪਣੇ ਦੇਸ਼ ਦੇ ਭਲਾਈ ਜਾਂ ਸੂਬੇ ਦੇ ਭਲਾਈ ਦੇ ਕੁਛ ਨਹੀਂ ਇਹਨਾਂ ਨਾਲ ਮਤਲਬ ਹੈ। ਆਪਾਂ ਦੇਖਦੇ ਹਾਂ ਜੋ ਕੁਝ ਵੀ ਹੈਗਾ। ਇੱਕ ਉਦਾਹਰਨ ਮੈਂ ਤੁਹਾਨੂੰ ਦਿੰਦਾ, ਯੂਪੀ ਦੀ ਆ ਜਾਂ ਬਿਹਾਰ ਦੀ ਆ। ਇੱਕ ਲੀਡਰ 44-45 ਸਾਲ ਦਾ, ਉਹਨੂੰ ਪੱਤਰਕਾਰ 10 ਕੁ ਦੇ ਆਲੇ ਦੁਆਲੇ ਇਕੱਠੇ ਹੋਏ ਸੀ, ਉਹਨੂੰ ਸਵਾਲ ਬਹੁਤ ਪੁੱਛ ਰਹੇ ਆ ਉਹ ਲੀਡਰ ਨੂੰ। ਉਹ ਕਹਿੰਦਾ ਆਗੂ ਜਿਹੜਾ ਸੀ, ਉਹ ਕਹਿੰਦਾ ਜਦੋਂ ਮੋਦੀ ਜੀ ਖੜੇ ਹੋਏ ਜਿੱਤੇ ਆ ਤੇ ਆਪਣੇ ਜਿਹੜੇ ਰਾਮਦੇਵ ਜੀ ਆ, ਉਹਨਾਂ ਦੀ ਨਕਲ ਲਾ ਕੇ ਦੱਸਦਾ, ਕਹਿੰਦਾ ਉਹ ਕਹਿੰਦੇ ਸੀ 15 ਲੱਖ ਖਾਤੇ ਜਾਊਗਾ। ਤੇ ਕਹਿੰਦਾ ਦੱਸੋ ਅੱਜ ਉਹ ਬੋਲਦਾ ਰਾਮਦੇਵ ਆਪਣੇ ਮਤਲਬ ਲਈ ਉਹ ਸਭ ਕੁਝ ਕਰ ਰਿਹਾ ਸੀ। ਕਹਿੰਦਾ ਉਦੋਂ ਜਨਾਨੀਆਂ ਦੇ ਕੱਪੜੇ ਪਾ ਕੇ ਨੱਠ ਗਿਆ। ਉਹ ਪੱਤਰਕਾਰਾਂ ਨੂੰ ਇਹ ਸਵਾਲ ਪੁੱਛਦਾ, ਕਹਿੰਦਾ ਆਪ ਲੋਕ ਤੋਂ ਕੁੱਤੇ ਸੇ ਵੀ ਬੈੜੇ ਹੈ। ਕਹਿੰਦਾ ਤੁਸੀਂ ਉਹਨੂੰ ਕਿਉਂ ਨਹੀਂ ਪੁੱਛਦਾ ਅੱਜ, ਤੁਸੀਂ ਉਹਨਾਂ ਤੇ ਕਿਉਂ ਨਹੀਂ ਸਵਾਲ ਕਰ, ਜਾਂ ਤੁਹਾਡੇ ਉਹਨਾਂ ਦਾ ਕਾਨੂੰਨ ਇੰਨਾ ਤਗੜਾ ਕਿ ਤੁਸੀਂ ਬੋਲ ਰਹੇ ਡਰਦੇ। ਤੇ ਜ਼ਿਆਦਾ ਨਹੀਂ ਮੈਂ ਕਹੂੰਗਾ, ਮੈਂ ਇਹ ਕਹੂੰਗਾ ਵੀ ਸਿਰਫ ਆਪਣੇ ਮਤਲਬ ਲਈ ਆ ਵੀ ਤੁਸੀਂ ਸਾਨੂੰ ਭਾਵੇਂ ਜੁੱਤੀਆਂ ਮਾਰੀ ਜਾਓ, ਗਾਲਾਂ ਕੱਢੀ ਜਾਓ, ਆਪਾਂ ਇੱਕੋ ਹੀ ਆ। ਆਪਾਂ ਬਸ ਝੱਟ ਪਾਰਟੀ ਬਦਲ ਲੈਣੀ, ਜੋ ਮਰਜ਼ੀ ਕਹਿਣੀ, ਜਨਤਾ ਦੀ ਭਲਾਈ ਵਾਲੀ ਬੋਲਣੀ। ਠੀਕ ਹੈ, ਠੀਕ ਹੈ, ਸ਼ੁਕਰੀਆ। ਇੱਕ ਕਾਲਰ ਹੋਰ ਸਾਡੇ ਨਾਲ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਡੇਲੀ ਪੋਸਟ ਤੇ। ਕੀ ਕਹਿਣਾ ਚਾਹੁੰਦੇ ਹੋ? ਜੋਗਿੰਦਰ ਸਿੰਘ ਪੰਛੀ ਬੋਲਦਾ ਜੀ, ਪਟਿਆਲੇ ਤੋਂ। ਹਾਂਜੀ ਜੋਗਿੰਦਰ ਜੀ। ਡੇਲੀ ਪੋਸਟ ਦਾ ਪਹਿਲੇ ਤਾਂ ਧੰਨਵਾਦ ਕਰਦਾ, ਪ੍ਰੋਫੈਸਰ ਪਿਆਰੇ ਲਾਲ ਗਰਗ ਜੀ ਦਾ ਧੰਨਵਾਦ ਕਰਦਾ, ਜਿਹੜੇ ਬੁੱਧੀਜੀਵੀ ਨੂੰ ਬੈਠ ਕੇ ਇਸ ਗੱਲ ਦੇ ਉੱਪਰ ਕੋਈ ਰਾਏ ਦੇ ਰਹੇ ਨੇ, ਵਧੀਆ ਗੱਲ ਹੈ। ਪਰ ਜਿਹੜਾ ਦੇਸ਼ ਦਾ ਟੋਟਲ ਪੋਲੀਟੀਕਲ ਪ੍ਰੋਸੈਸ ਹੈ ਨਾ ਜੀ, ਉਸ ਦੇ ਵਿੱਚ ਨਿਗਾਰ ਆਇਆ ਉੱਪਰ ਤੋਂ ਲੈ ਕੇ ਹੇਠਲੇ ਪਾਸੇ ਤੱਕ ਸਾਰਾ ਕੁਛ ਬਦਲਾਅ ਆਏ, ਜਿਹੜੇ ਜੇ ਬਦਲਾਅ ਲੈ ਕੇ ਆਏ ਆ, ਕਾਂਗਰਸ ਨੂੰ ਪਿੱਛੇ ਹਟਾਇਆ, ਬੀਜੇਪੀ ਨੂੰ ਅੱਗੇ ਲੈ ਕੇ ਆਏ ਆ ਸੈਂਟਰ ਦੇ ਵਿੱਚ, ਔਰ ਸਟੇਟਾਂ ਦੇ ਵਿੱਚ ਵੀ ਜਿਹੜੀ ਸਟੇਟ ਸਰਕਾਰਾਂ ਬਦਲੀਆਂ ਹੈਗੀਆਂ ਲੋਕਾਂ ਨੇ, ਤਾਂ ਉਸ ਵਧੀਆ ਤਾਂ ਇਸ ਕਰਕੇ ਸੀਗਾ ਵੀ ਸ਼ਾਇਦ ਜੇ ਕਿਤੇ ਕੋਈ ਕਮੀਆਂ ਹੈਗੀਆਂ ਉਸ ਨੂੰ ਦੂਰ ਕੀਤਾ ਜਾਏਗਾ। ਲੇਕਿਨ ਮੋਦੀ ਸਾਹਿਬ ਨੇ ਤਾਂ ਹੱਦ ਕਰਤੀ, ਸਾਰਾ ਦੇਸ਼ ਨੂੰ ਜਿਹੜਾ ਇਹਨੂੰ ਕੋਈ ਇੱਕ ਬਖਾਊ ਲਾਈਨ ਦੇ ਉੱਪਰ ਖੜਾ ਕਰਤਾ ਜਾ ਕੇ। ਬਾਕੀ ਇੱਥੇ ਜਿਹੜੀ ਸਟੇਟ ਦੇ ਵਿੱਚ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਆਈ ਹੈ, ਇਹਨਾਂ ਨੇ ਲੋਕਾਂ ਦੇ ਨਾਲ ਖਿਲਵਾੜ ਕੀਤਾ। ਔਰ ਜਿਹੜੀ ਇਸ ਤੋਂ ਪਹਿਲੇ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ, ਝੂਠ ਬੋਲ ਕੇ ਸਰਕਾਰਾਂ ਬਣਾ ਕੇ ਉਹਦੇ ਨਾਲ ਖਿਲਵਾੜ ਕੀਤਾ। ਖਿਲਵਾੜ ਕਰਨ ਤੋਂ ਬਾਅਦ ਫੇਰ ਜਾ ਕੇ ਹੋਰ ਪਾਸੇ ਜਾ ਕੇ ਖੜ ਗਏ ਉਹ ਲੋਕ, ਉਹਨਾਂ ਦੇ ਟੋਲੀਆਂ ਜਿਹੜੀਆਂ ਬਣੀਆਂ ਹੋਈਆਂ ਸਾਰੀਆਂ ਜੀ। ਲੇਕਿਨ ਇਸ ਦੇ ਵਿੱਚ ਕੀ ਕੌਣ ਰਿਹਾ? ਮੇਨ ਗੱਲ ਇਹ ਹੈ, ਨਾ ਮੋਦੀ ਪਿਸ ਰਿਹਾ ਹੈ, ਨਾ ਅਮਰਿੰਦਰ ਸਿੰਘ ਪਿਸ ਰਿਹਾ, ਨਾ ਭਗਵੰਤ ਮਾਨ ਪਿਸ ਰਿਹਾ ਹੈਗਾ। ਇਸ ਦੇ ਵਿੱਚ ਇਹ ਪਿਸ ਰਿਹਾ ਜਿਹੜਾ ਹੇਠਲੇ ਪਾਸੇ ਪੱਧਰ ਦੇ ਉੱਪਰ ਦਰੀਆਂ ਝਾੜਨ ਵਾਲਾ ਵਰਕਰ ਹੈ ਨਾ, ਉਹ ਪਿਸ ਰਿਹਾ। ਠੀਕ ਹੈ, ਠੀਕ ਹੈ, ਠੀਕ ਹੈ। ਇੱਕ ਹੋਰ ਕਾਲਰ ਸਾਡੇ ਨਾਲ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਡੇਲੀ ਪੋਸਟ ਤੇ। ਹੈਲੋ। ਹਾਂਜੀ। ਹੈਲੋ। ਤੁਸੀਂ ਬੇਨਤੀ ਕਰੂੰਗਾ ਕਿ ਆਪਣੇ ਟੀਵੀ ਦੀ ਆਵਾਜ਼ ਘੱਟ ਕਰ ਦਿਓ, ਨਹੀਂ ਤਾਂ ਫਿਰ ਗੱਲ ਜਿਹੜੀ ਆ ਉਹ ਨਹੀਂ ਹੋ ਪਾਏਗੀ ਇਸ ਤਰੀਕੇ ਨਾਲ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਕਹਿਣਾ ਚਾਹੁੰਦੇ ਹੋ? मैं कहना चाहूँगी हमने कोर्टा ने हमारे कोर्टों बिकाऊ हो गए, यानी 6 साल टिकटों दिया क्यों ने पार्टियां वाला अपनी कभी इधर दौड़ जाएंगे इधर दौड़ जाएंगे। यानी 6 साल टिकटों दिया जहाँ महाराजा 10 साल सीएम रहे कपड़ा भाजपा दौड़ना भाजपा लगना जी। ठीक है, ठीक है।
ਠੀਕ ਹੈ, ਸ਼ੁਕਰੀਆ ਜੁੜਨ ਦੇ ਲਈ ਔਰ ਆਪਣੀ ਰਾਏ ਜਿਹੜੀ ਹੈ ਰੱਖਣ ਲਈ। ਗਰਗ ਸਾਹਿਬ ਤੁਸੀਂ ਗੱਲ ਆਪਣੀ ਕੰਟੀਨਿਊ ਕਰਿਓ। ਔਰ ਦਰਸ਼ਕ ਨੇ ਇੱਕ ਗੱਲ ਕਹੀ ਕਿ ਪਾਰਟੀਆਂ ਆਪਸ ਦੇ ਵਿੱਚ ਬੜਾ ਇੱਕ ਦੂਜੇ ਨੂੰ ਭੰਡਦੀਆਂ ਨੇ। ਮੈਂ ਸੌਖੇ ਸ਼ਬਦਾਂ 'ਚ ਕਹਿ ਲਵਾਂ ਤਾਂ ਹਾਈ ਵੋਲਟੇਜ ਡਰਾਮਾ ਕਹਿ ਲਈਏ ਇਸ ਗੱਲ ਨੂੰ, ਔਰ ਮੁੜ ਕੇ ਫਿਰ ਪਾਰਟੀਆਂ ਇੱਕ ਦੇ ਆਗੂ ਨੇ ਜਿਹੜੇ ਉਹ ਇੱਕ ਦੂਜੇ ਦੇ ਵਿੱਚ ਜਿਹੜੇ ਨੇ ਉਹ ਸ਼ਾਮਲ ਹੋ ਜਾਂਦੇ ਨੇ। ਹਾਈ ਵੋਲਟੇਜ ਡਰਾਮਾ ਕਹਿ ਸਕਦੇ ਆ ਇਸ ਨੂੰ। ਔਰ ਬਾਕੀ ਜਿਹੜੇ ਕਾਲਰਸ ਨੇ ਰਾਏ ਆਪਣੀ ਦਿੱਤੀ ਹੈਗੀ ਉਸ ਦੇ ਬਾਰੇ ਕੀ ਕਹੋਗੇ? ਬਿਲਕੁਲ ਠੀਕ ਕਿਹਾ ਤੁਸੀਂ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਹੀ ਵਧਾਈ ਦੇਵਾਂਗਾ ਵੀ ਤੁਸੀਂ ਸਹੀ ਇੰਟਰਪ੍ਰੀਟ ਕਰਤਾ ਇਸ ਨੂੰ ਵੀ ਇਹ ਹਾਈ ਵੋਲਟੇਜ ਡਰਾਮਾ ਹੀ ਆ, ਅੰਦਰੋਂ ਇਕੱਠੇ ਹੀ ਨੇ, ਉੱਤੋਂ ਦਿਖਾਵਾ ਕਰਦੇ ਨੇ ਲੜਾਈ ਦਾ। ਇਹਨੂੰ ਨੂਰਾ ਕੁਸ਼ਤੀ ਕਹਿੰਦੇ ਆਪਾਂ ਕਈ ਵਾਰੀ, ਇਹ ਨੂਰਾ ਕੁਸ਼ਤੀ ਉਹ ਕਰਦੇ ਨੇ। ਠੀਕ। ਦੂਜੀ ਗੱਲ ਇਹ ਹੈ ਵੀ ਜਦ ਅਸੀਂ ਕਹਿੰਦੇ ਆ ਕਿ ਦਲ ਬਦਲਣ ਦੀ ਗੱਲ, ਜਿਵੇਂ ਸਾਰੇ ਕਾਲਰਾਂ ਨੇ ਕਿਹਾ ਹੈ ਕਿ ਵੀ ਇਹ ਆਪਣੇ ਹਿੱਤਾਂ ਦੇ ਵਾਸਤੇ, ਆਪਣੇ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਨੇ, ਇਹ ਗੱਲ ਸੱਚੀ ਹੈ। ਇਹ ਸਿਰਫ ਆਪਣੇ ਲਾਲਚ ਦੇ ਵਾਸਤੇ ਜਾਂਦੇ ਨੇ ਤੇ ਇਹਨਾਂ ਨੂੰ ਕੋਈ ਸੱਚੀ ਮੁੱਚੀ ਕਹਿਣ 'ਚ ਮੈਨੂੰ ਕੋਈ ਝਿਜਕ ਨਹੀਂ ਹੈ, ਕਿਉਂਕਿ ਮੈਂ ਅਸੈਂਬਲੀ ਜਿਹੇ ਜਿਹੇ ਕਾਨੂੰਨ ਪਾਸ ਹੁੰਦੇ ਨੇ ਹੁਣ, ਬਿਲਕੁਲ ਉਹਨਾਂ ਦੀ ਮਾਣ ਇੱਜ਼ਤ ਕਰਦੇ ਹੋਏ ਉਹ ਕੋਈ ਅਫਸਰ ਦੇਖਦਾ ਨਹੀਂ ਵੀ ਸੰਵਿਧਾਨ ਦੇ ਮੁਤਾਬਕ ਕਾਨੂੰਨ ਬਣ ਨਹੀਂ ਸਕਦਾ ਕਿ ਨਹੀਂ, ਉੱਥੇ ਪਾਸ ਹੋ ਜਾਂਦਾ। ਕੋਈ ਬੁੱਧੀਜੀਵੀ ਨਹੀਂ ਦੇਖ ਰਿਹਾ, ਕੋਈ ਅਫਸਰ ਨਹੀਂ ਦੇਖ ਰਿਹਾ ਤੇ ਉੱਥੇ ਪਾਸ ਹੋ ਜਾਂਦੇ ਨੇ ਉਹ ਕਾਨੂੰਨ। ਸੰਵਿਧਾਨ ਦੇ ਮੁਤਾਬਕ ਹੈ ਨਹੀਂ। ਇਹਦਾ ਮਤਲਬ ਸਾਡੇ ਪ੍ਰਸ਼ਾਸਨ ਦੇ ਤੰਤਰ ਦੇ ਵਿੱਚ ਵੀ ਸੰਵਿਧਾਨ ਮੁਤਾਬਕ ਰਾਜ ਚਲਾਉਣ ਦੇ ਵਿੱਚ ਵੀ ਕਿਤੇ ਨਾ ਕਿਤੇ ਵੱਡਾ ਉਹ ਖੱਪਾ ਪੈ ਗਿਆ, ਪਾੜਾ ਪੈ ਗਿਆ। ਤੇ ਇਹਦੇ ਉੱਤੇ ਕਿਹਾ ਗੁਰੂ ਸਾਹਿਬ ਨੇ, ਅੰਧਾ ਆਗੂ ਜੇ ਥੀਏ ਕਿਉਂ ਪਾਦਰ ਜਾਣ। ਜੇ ਸਾਡਾ ਆਗੂ ਹੀ ਅੰਨਾ ਹੈ, ਉਹ ਬੇਈਮਾਨ ਨਾ ਵੀ ਹੋਵੇ ਪਰ ਉਹਨੂੰ ਪਤਾ ਕੁਛ ਨਹੀਂ। ਸਾਰੇ ਪੋਲੀਟੀਸ਼ੀਅਨ ਤਾਂ ਇੰਨੇ ਮਾੜੇ ਨਹੀਂ ਹੋ ਸਕਦੇ, ਪਰ ਜਿਹੜੇ ਚੰਗੇ ਵੀ ਨੇ ਉਹਨਾਂ ਨੂੰ ਵੀ ਨਹੀਂ ਪਤਾ, ਉਹ ਵੀ ਉਹੀ ਕੁਝ ਪਾਸ ਕਰੀ ਜਾਂਦੇ ਨੇ ਜਾ ਕੇ ਕਾਨੂੰਨ ਦੇ, ਤਾਂ ਉਹੋ ਜਿਹੀਆਂ ਗੱਲਾਂ ਕਰੀ ਜਾਂਦੇ ਨੇ। ਤੇ ਇਹਦਾ ਮਤਲਬ ਇਹ ਰਹਿ ਗਿਆ ਕਿ ਸਾਡੀ ਸਿਆਸਤ ਦੇ ਵਿੱਚ ਇੱਕ ਤਾਂ ਕਿਤੇ ਨਾ ਕਿਤੇ ਜਿਹੜੀ ਸਿੱਖਿਆ ਸੀ ਵੀ ਸਿਆਸਤ ਹੈ ਕੀ, ਸੰਵਿਧਾਨ ਹੈ ਕੀ, ਤੁਹਾਡੇ ਨਿਯਮ ਕਾਨੂੰਨ ਕੀ ਹੋਣੇ ਚਾਹੀਦੇ ਨੇ, ਇੱਕ ਤਾਂ ਉਹ ਖਤਮ ਹੋ ਗਏ। ਉਹ ਜਦ ਖਤਮ ਹੋ ਗਏ ਫਿਰ ਤੁਹਾਡਾ ਅਸੂਲ ਤਾਂ ਟੁੱਟੀ ਜਾਂਦਾ। ਅਸੂਲ ਰਹਿੰਦੇ ਵੀ ਉਦੋਂ ਨੇ ਜਦ ਤੁਹਾਨੂੰ ਨਾਲ ਗਿਆਨ ਵੀ ਹੋਵੇ ਵੀ ਨਹੀਂ ਯਾਰ ਇਹ ਗੱਲ ਮਾੜੀ ਹੈ, ਮੈਂ ਸਰਜਣਾ, ਮੈਨੂੰ ਪਤਾ ਹੈ ਵੀ ਜੇ ਇਹ ਸਟੈਂਡਰਡਾਈਜ਼ ਨਾ ਕਰਿਆ ਤਾਂ ਇਨਫੈਕਸ਼ਨ ਹੋ ਜੂ। ਦੂਜੇ ਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਹੈ, ਉਹ ਤਾਂ ਕਹਿੰਦਾ ਚਿੱਟਾ ਕੱਪੜਾ ਜੀ ਕੀ ਫਰਕ ਪੈਂਦਾ। ਸੋ ਇਸ ਕਰਕੇ ਇੱਕ ਤਾਂ ਗਿਆਨ ਦੀ ਘਾਟ ਹੈਗੀ ਹੈ, ਇਹ 'ਚ ਕੋਈ ਸ਼ੱਕ ਨਹੀਂ। ਦੂਜਾ ਕਾਨੂੰਨ ਦੀ ਵੀ ਘਾਟ ਹੈ। ਹੁਣ ਜਿਹੜਾ ਮਰਜ਼ੀ ਛਾਲ ਮਾਰ ਕੇ ਜਾਂਦਾ ਹੈ, ਜੇ ਕਿਤੇ ਕਿਹਾ ਕਾਲਰਸ ਨੇ ਕਿ ਜੀ ਨਹੀਂ ਕਾਨੂੰਨ ਉਹਨਾਂ ਨੇ ਆਪ ਹੀ ਬਣਾਉਣਾ, ਆਪ ਬਣਾਉਣਾ ਹੋਵੇ, ਇੱਕ ਕਾਲਰ ਨੇ ਇਹ ਵੀ ਕਿਹਾ ਵੀ ਲੋਕਾਂ ਦੇ ਦਬਾਅ ਨਾਲ ਹੋਏਗਾ। ਇਹ ਸੱਚੀ ਗੱਲ ਹੈ। ਜਦ ਲੋਕ ਦਬਾਅ ਪਾਉਣਗੇ ਤਾਂ ਕਾਨੂੰਨ ਇਹ ਬਣਨਾ ਚਾਹੀਦਾ। ਪਹਿਲੀ ਗੱਲ, ਜਿਹੜਾ ਬੰਦਾ ਕਿਸੇ ਪਾਰਟੀ ਨੂੰ ਬਦਲ ਕੇ ਜਾਏਗਾ ਉਹਨੂੰ ਉਹ ਪਾਰਟੀ 2 ਸਾਲ, ਪਹਿਲੀ ਗੱਲ ਤਾਂ ਜੇ ਉਹ ਸੀਟ ਛੱਡ ਕੇ ਬਦਲਦਾ, ਇੱਥੇ ਜੀਤ ਮਹਿੰਦਰ ਨੇ ਸੀਟ ਛੱਡੀ ਤਲਵੰਡੀ ਸਾਬੋ MLA ਤੋਂ ਕਾਂਗਰਸੀ, ਮੁੜ ਕੇ ਅਕਾਲੀ ਦਲ ਦੇ ਉੱਥੇ ਚੋਣ ਲੜੀ, ਇਹਦਾ ਮਤਲਬ ਲੋਕਾਂ ਦਾ ਖਰਚਾ ਕਰਾਤਾ, ਉਹ ਤਾਂ MLA ਰਿਹਾ ਹੀ ਰਿਹਾ। ਤੇ ਬਲਕਿ ਉਹਨੇ ਜਾਬਤਾ ਹੀ ਪੂਰਾ ਕਰਤਾ ਕਿ ਦੇਖੋ ਜੀ ਮੈਂ ਤਾਂ ਸੀਟ ਛੱਡ ਕੇ ਗਿਆ ਉੱਥੇ। ਜਿਹੜਾ ਬੰਦਾ ਚੁਣਿਆ ਹੋਇਆ MLA ਪਾਰਟੀ ਬਦਲਦਾ ਹੈ, ਉਹਦੀ ਮੈਂਬਰਸ਼ਿਪ ਖਾਰਜ ਹੋਣੀ ਚਾਹੀਦੀ ਹੈ ਤੇ ਉਹਦੀ ਸੀਟ ਦੇ ਉੱਤੇ ਉਹਨੂੰ 2 ਸਾਲ ਵਾਸਤੇ ਖੜਾ ਹੋਣ ਤੇ ਬੈਨ ਹੋਣਾ ਚਾਹੀਦਾ ਵੀ ਤੂੰ 2 ਸਾਲ ਤਾਂ ਸੀਟ ਤੇ ਖੜਾ ਨਹੀਂ ਹੋਏਗਾ, ਤੈਨੂੰ ਕੋਈ ਚੇਅਰਮੈਨ ਨਹੀਂ, ਕੁਝ ਨਹੀਂ ਮਿਲ ਸਕਦੀ, ਤਾਂ ਕਿ ਉਹ ਲਾਲਚ ਦੇ ਵਿੱਚ ਨਾ ਬਦਲੇ, ਲਾਲਚ ਉਹਨੂੰ ਮਿਲੇ ਹੀ ਨਾ। ਜੇ ਉਹ ਲਾਲਚ ਮਿਲੇਗਾ ਤਾਂ ਫਿਰ ਉਹ ਕਰਦਾ ਰਹੇਗਾ। ਦੂਜੀ ਗੱਲ ਇਹ ਕਰਨੀ ਚਾਹੀਦੀ ਹੈ ਕਿ ਜਿਹੜਾ ਚੋਣ ਹੈ ਕੈਂਡੀਡੇਟ ਦੀ, ਕੈਂਡੀਡੇਟ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੀ ਮੈਂਬਰਸ਼ਿਪ ਚੋਣ ਕਮਿਸ਼ਨ ਕੋਲੇ ਜੱਗਰ ਹੋਵੇ। ਉਹ ਜਿਹੜੀ ਉਸ ਖੇਤਰ ਦੀ ਮੈਂਬਰਸ਼ਿਪ ਹੈ ਉਸ ਪਾਰਟੀ ਦੀ, ਉਹ ਪਹਿਲਾਂ ਵੋਟਾਂ ਪਾ ਕੇ, ਜਿਵੇਂ ਅਮਰੀਕਾ ਦੇ ਪ੍ਰਧਾਨ ਦੀ ਚੋਣ ਹੁੰਦੀ ਹੈ, ਪਹਿਲਾਂ ਉਹ ਵੋਟਾਂ ਪਾ ਕੇ ਚੁਣਨ ਵੀ ਹਾਂ ਜੀ ਇਹ ਸਾਡਾ MP ਖੜਾ ਹੋ ਸਕਦਾ ਸਾਡੇ ਹਲਕੇ ਚੋਂ। ਠੀਕ ਹੈ। ਉੱਥੇ 5-4 ਜਿਹੜੇ ਉਹਨਾਂ ਦੇ ਪਾਰਟੀ ਦੇ ਨੇ ਸਾਰੇ ਕੰਟੈਸਟ ਕਰ ਸਕਦੇ ਨੇ, ਜਿਹਨੂੰ ਜ਼ਿਆਦਾ ਵੋਟਾਂ ਪੈ ਜਾਣ ਉਸ ਨੂੰ ਭਾਈ ਉਹ ਖੜਾ ਕਰ ਦੇਣਾ, ਇੱਦਾਂ ਹੀ MLA ਵਾਸਤੇ ਹੋ ਜੇ। ਸੋ ਦੂਜਾ ਤਰੀਕਾ ਇਹ ਹੈ ਕਿ ਜਿਹੜੀ ਅਸੀਂ ਨੁਮਾਇੰਦਾ ਪੋਲੀਟੀਕਲ ਪਾਰਟੀ ਨੇ ਚੁਣਨਾ ਹੈ, ਪੋਲੀਟੀਕਲ ਪਾਰਟੀ ਦੇ ਅੰਦਰ ਇੱਕ ਜਮਹੂਰੀਅਤ ਹੋਵੇ, ਪੋਲੀਟੀਕਲ ਪਾਰਟੀ ਦੀ ਮੈਂਬਰਸ਼ਿਪ ਪਾਰਦਰਸ਼ੀ ਹੋਵੇ, ਉਹ ਮੈਂਬਰਸ਼ਿਪ ਚੋਣ ਕਰੇ ਵੀ ਹਾਂ ਸਾਡਾ ਜਿਹੜਾ ਹੈ ਇਹ ਨੁਮਾਇੰਦਾ ਖੜਾ ਹੋ ਸਕਦਾ ਹੈ, ਇਹਨੂੰ ਖੜਾ ਕਰਨਾ ਚਾਹੀਦਾ। ਜਿਹੜਾ ਜਿੱਤ ਜੂ ਉਹਨਾਂ 5-7 ਚੋਂ ਉਸ ਨੂੰ ਖੜਾ ਕਰਦੇ, ਫਿਰ ਪਾਰਟੀ ਆਪੇ ਨਾਲ ਲੜਦੀ ਹੈ। ਤੇ ਤੀਜੀ ਗੱਲ ਇਹਦੇ ਵਿੱਚ ਇਹ ਹੁੰਦੀ ਹੈ ਕਿ ਜਦ ਵੀ ਕੋਈ ਬੰਦਾ ਤੁਰੰਤ ਪਾਰਟੀ ਬਦਲ ਕੇ ਆਇਆ ਹੈ, ਉਸ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ, ਉਸ ਦੇ ਵੱਲੋਂ ਬੈਨ ਹੋਣਾ ਚਾਹੀਦਾ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਕਿ ਜਿਹੜਾ ਪਾਰਟੀ ਮੌਕੇ ਤੇ ਬਦਲ ਕੇ ਆਇਆ, ਕਿਉਂਕਿ ਉਹ ਲਾਲਚ ਚ ਆਇਆ। ਸਾਡਾ ਕੋਈ ਕਹੂਗਾ ਨਹੀਂ ਜੀ ਕਿਵੇਂ ਰੋਕ ਸਕੋ, ਸਾਡੇ ਚੋਣ ਨਿਯਮ ਦੇ ਵਿੱਚ ਇਹ ਹੈ ਕਿ ਤੁਸੀਂ ਕਿਸੇ ਲਾਲਚ ਦੇ ਵਸ ਚੋਣ ਨਹੀਂ ਲੜ ਸਕਦੇ। ਠੀਕ। ਤੇ ਉਹਦੇ ਵਿੱਚੋਂ ਲਾਲਚ ਸਾਹਮਣੇ ਦਿਖਦਾ, ਹੋਰ ਕੀ ਹੁੰਦਾ। ਅਦਾਲਤਾਂ 'ਚ ਰੋਜ਼ ਹੀ ਹੁੰਦਾ ਕਿ ਜੀ ਜੇ ਸਾਹਮਣੇ ਕਤਲ ਭਾਵੇਂ ਨਹੀਂ ਵੀ ਕਰਿਆ, ਪਰ ਜਿਹਨੂੰ ਉਸ ਕਤਲ ਦਾ ਫਾਇਦਾ ਹੋਇਆ
ਇਹਦਾ ਮਤਲਬ ਜ਼ਿੰਮੇਵਾਰ ਹੈ ਕਿਤੇ ਨਾ ਕਿਤੇ। ਇਦਾਂ ਹੀ ਜਿਹੜਾ ਬੰਦਾ ਪਾਰਟੀ ਬਦਲ ਕੇ ਆ ਕੇ ਜੇ ਖੜਾ ਹੁੰਦਾ ਹੈ ਤੇ ਇਹਦਾ ਮਤਲਬ ਉਹਨੂੰ ਲਾਲਚ ਸੀਗਾ। ਸੋ ਲਾਲਚ ਸਾਡੇ ਚੋਣ ਦੇ ਵਿੱਚ ਲਿਖਿਆ ਵੀ ਕੋਈ ਲਾਲਚ ਨਹੀਂ ਦੇਣਾ, ਨਾ ਧਰਮ ਦਾ, ਨਾ ਤਾਕਤ ਦਾ, ਨਾ ਪੈਸੇ ਦਾ, ਤੇ ਨਾ ਕਿਸੇ ਹੋਰ ਦਾ। ਸੋ ਇਹ ਜਿਹੜਾ ਲਾਲਚ ਜਿਹੜਾ ਉਹਨੂੰ ਮਿਲਣਾ ਹੈ, ਲਾਲਚ ਵੋਟਰ ਨੂੰ ਤਾਂ ਜੇ ਫਿਰ ਵੀ ਦੇਣ ਤੋਂ ਕਮਿਸ਼ਨ ਨੇ ਕਹਿਤਾ ਕਿ ਜੇ ਅਸੀਂ ਇਹ ਨਹੀਂ ਰੋਕ ਸਕਦੇ, ਪਰ ਜਿਹੜਾ ਬੰਦਾ ਉੱਥੇ ਖੜਾ ਹੁੰਦਾ ਹੈ ਉਮੀਦਵਾਰ, ਉਹਦੇ ਉੱਤੇ ਲਾਲਚ ਦੇ ਉੱਤੇ ਅਜੇ ਵੀ ਵੈਨ ਹੈ ਕਿ ਉਹ ਲਾਲਚ ਉਹਦਾ ਬੰਦ ਕਰ ਦਿਓ ਕਿ ਭਾਈ ਕੋਈ ਨਹੀਂ, ਤੂੰ ਬਦਲ ਲੈ ਪਾਰਟੀ, ਤੂੰ ਐਤਕੀ ਤਾਂ ਚੋਣ ਲੜ ਨਹੀਂ ਸਕਦਾ, ਸਾਲ 2 ਸਾਲ ਜਿੰਨਾ ਵੀ ਉਹਦੇ ਤੇ ਲਾਉਣਾ ਹੈ। ਇਹ 2-3 ਤਰੀਕੇ ਸਾਡੇ ਕੋਲ ਕਾਨੂੰਨੀ ਵੀ ਹੈਗੇ ਨੇ। ਇਹਦੇ ਵਾਸਤੇ ਇੱਕ ਲੋਕ ਦਬਾਅ ਬਣਨਾ ਪਊ। ਇੱਕ ਹੋਰ ਇਸ ਤੋਂ ਅਗਲਾ ਤੀਜਾ ਤਰੀਕਾ ਹੈ ਕਿ ਜਿਹੜਾ ਚੁਣਿਆ ਗਿਆ ਉੱਥੇ ਜਾ ਕੇ ਉਹ ਆਪਦੀ ਮਰਜ਼ੀ ਕਰਦਾ ਹੈ, ਉਹਨੂੰ ਆਪਦੇ ਹਲਕੇ ਦੀਆਂ ਗੱਲਾਂ ਗਰਗ ਸਾਹਿਬ ਮੈਂ ਤੁਹਾਨੂੰ ਰੋਕਣਾ ਚਾਹੂੰਗਾ। ਸਾਡੇ ਕੋਲ ਕੁਝ ਗ੍ਰਾਫਿਕਸ ਆਏ ਨੇ ਜਿਹੜੇ ਲੀਡਰਾਂ ਦੇ, ਸੋ ਉਹ ਤੁਹਾਡੇ ਨਾਲ ਸਾਂਝਾ ਕਰ ਦਈਏ ਵੀ ਪੰਜਾਬ ਦੇ ਵਿੱਚ ਵੱਡੇ ਵੱਡੇ ਲੀਡਰ ਨੇ ਜਿਹੜੇ ਉਹ ਕਿਹੜੀ ਪਾਰਟੀ ਨੂੰ ਛੱਡ ਕੇ ਕਿਹੜੇ ਦੇ ਵਿੱਚ ਗਏ ਨੇ, ਉਹਨਾਂ ਦਾ ਜ਼ਿਕਰ ਕਰਾਂਗੇ। ਫਿਰ ਉਸ ਤੋਂ ਬਾਅਦ ਗਰਗ ਸਾਹਿਬ ਮੈਂ ਤੁਹਾਡੇ ਕੋਲ ਆਊਂਗਾ ਤੇ ਗੱਲਬਾਤ ਆਪਾਂ ਇੱਥੋਂ ਹੀ ਜਾਰੀ ਰੱਖਾਂਗੇ। ਸੋ ਪਹਿਲਾ ਨਾਮ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਦਾ, ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਕੈਪਟਨ ਅਮਰਿੰਦਰ ਸਿੰਘ, ਔਰ ਦੱਸ ਦਈਏ ਕਿ ਕਾਂਗਰਸ ਤੋਂ ਜਿਹੜਾ ਉਹ ਕਾਂਗਰਸ ਤੋਂ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ। ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਇਹ ਰਹੇ ਨੇ। ਇੱਕ ਪਾਰਟੀ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਪੰਥਕ ਵੀ ਜਿਹੜੀ ਹੈ ਉਹ ਬਣਾਈ ਸੀ, ਫਿਰ ਕਾਂਗਰਸ ਦੇ ਵਿੱਚ ਸ਼ਾਮਲ ਹੁੰਦੇ ਨੇ, ਔਰ ਕਾਂਗਰਸ ਦੇ ਵਿੱਚ ਤੋਂ ਬਾਅਦ ਹੁਣ ਜਦੋਂ 2022 ਦੇ ਵਿੱਚ ਜਿਸ ਵੇਲੇ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਇਆ ਜਾਂਦਾ ਤਾਂ ਉਸ ਤੋਂ ਬਾਅਦ ਪੰਜਾਬ ਲੋਕ ਕਾਂਗਰਸ ਜਿਹੜੀ ਹੈ ਉਹਨਾਂ ਦੇ ਵੱਲੋਂ ਬਣਾਈ ਜਾਂਦੀ ਹੈ। ਪੰਜਾਬ ਲੋਕ ਕਾਂਗਰਸ ਬਣਾਉਂਦੇ ਨੇ ਔਰ ਭਾਜਪਾ ਦੇ ਨਾਲ ਗੱਠਜੋੜ ਦੇ ਵਿੱਚ ਚੋਣਾਂ ਲੜਦੇ ਨੇ, ਪਰ ਚੋਣਾਂ ਦੇ ਵਿੱਚ ਕੋਈ ਵੀ ਜਿਹੜੀ ਸੀਟ ਹੈ ਉਹਨਾਂ ਨੂੰ ਹਾਸਲ ਨਹੀਂ ਹੁੰਦੀ ਹੈ, ਹਾਰ ਦਾ ਸਾਹਮਣਾ ਕਰਨਾ ਪੈਂਦਾ ਤੇ ਫਿਰ ਉਸ ਤੋਂ ਬਾਅਦ ਚੋਣਾਂ ਤੋਂ ਬਾਅਦ ਬੀਜੇਪੀ ਦੇ ਵਿੱਚ ਮੁਕੰਮਲ ਤੌਰ ਤੇ ਸ਼ਾਮਲ ਹੋ ਜਾਂਦੇ ਨੇ। ਬਲਬੀਰ ਸਿੱਧੂ ਅਗਲਾ ਚਿਹਰਾ ਮੈਂ ਜ਼ਿਕਰ ਕਰਾਂ ਤਾਂ ਬਲਬੀਰ ਸਿੱਧੂ ਕੈਬਨਿਟ ਮੰਤਰੀ ਰਹੇ ਨੇ ਪਿਛਲੀ ਕਾਂਗਰਸ ਸਰਕਾਰ ਦੇ ਵਿੱਚ, ਔਰ ਸਿਹਤ ਮੰਤਰੀ ਰਹੇ ਨੇ, ਤੇ ਇਹ ਵੀ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਗਏ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਔਰ ਉਸ ਤੋਂ ਬਾਅਦ ਬਲਬੀਰ ਸਿੱਧੂ ਜਿਹੜੇ ਜਦੋਂ ਮੁੱਖ ਮੰਤਰੀ ਚੰਨੀ ਨੂੰ ਬਣਾਇਆ ਗਿਆ ਤਾਂ ਕੈਬਨਿਟ ਦੇ ਵਿੱਚ ਵੀ ਫੇਰ ਬਦਲ ਹੋਏ ਤੇ ਬਲਬੀਰ ਸਿੱਧੂ ਨੂੰ ਜਿਹੜਾ ਉਹ ਕੈਬਨਿਟ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਦੁੱਖ ਵੀ ਦਰਦ ਵੀ ਬੜਾ ਛਲਕਿਆ ਸੀ ਉਸ ਵੇਲੇ ਬਲਬੀਰ ਸਿੰਘ ਸਿੱਧੂ ਦਾ, ਪਰ ਬਾਅਦ ਦੇ ਵਿੱਚ ਬੀਜੇਪੀ ਜਿਹੜੀ ਹੈ ਉਹ ਜੁਆਇਨ ਕਰ ਲਈ। ਹੁਣ ਕੀ ਮਜਬੂਰੀਆਂ ਰਹੀਆਂ ਉਹ ਇੱਕ ਸਵਾਲ ਹੈ ਕਿ ਕੀ ਮਜਬੂਰੀਆਂ ਰਹੀਆਂ ਬਲਬੀਰ ਸਿੱਧੂ ਦੀਆਂ। ਮਨਪ੍ਰੀਤ ਬਾਦਲ ਇੱਕ ਚਰਚਿਤ ਚਿਹਰਾ ਪੰਜਾਬ ਦੀ ਸਿਆਸਤ ਦਾ, ਜਿਹੜੇ ਕਿ ਅਕਾਲੀ ਦਲ ਤੋਂ ਸ਼ੁਰੂਆਤ ਕਰਦੇ ਨੇ, ਫਾਈਨਾਂਸ ਮਿਨਿਸਟਰ ਰਹੇ ਨੇ ਔਰ ਅਕਾਲੀ ਦਲ ਤੋਂ ਦੂਰੀਆਂ ਬਣਦੀਆਂ ਨੇ। ਅਕਾਲੀ ਦਲ ਤੋਂ ਦੂਰੀਆਂ ਬਣਨ ਤੋਂ ਬਾਅਦ ਪੀਪਲਸ ਪਾਰਟੀ ਆਫ ਪੰਜਾਬ ਇਹਨਾਂ ਦੇ ਵੱਲੋਂ ਬਣਾਈ ਜਾਂਦੀ ਹੈ। ਪੀਪਲਸ ਪਾਰਟੀ ਆਫ ਪੰਜਾਬ ਦੇ ਵਿੱਚ ਚੋਣਾਂ ਲੜਦੇ ਨੇ 2012 ਦੇ ਵਿੱਚ, ਪਰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਤੋਂ ਬਾਅਦ ਪੀਪਲਸ ਪਾਰਟੀ ਆਫ ਪੰਜਾਬ ਤੋਂ ਬਾਅਦ ਫਿਰ ਕਾਂਗਰਸ ਦਾ ਰੁਖ ਕਰਦੇ ਨੇ। 2017 ਦੀਆਂ ਚੋਣਾਂ 'ਚ ਕਾਂਗਰਸ ਤੋਂ ਚੋਣ ਲੜਦੇ ਨੇ ਤੇ ਫਿਰ ਫਾਈਨਾਂਸ ਮਿਨਿਸਟਰ ਬਣਦੇ ਨੇ ਔਰ ਫਾਈਨਾਂਸ ਮਿਨਿਸਟਰ 5 ਸਾਲ ਦੀ ਟਰਮ ਜਿਹੜੀ ਆ ਉਹ ਪੂਰੀ ਕਰਦੇ ਨੇ ਮਨਪ੍ਰੀਤ ਸਿੰਘ ਬਾਦਲ, ਪਰ ਕਾਂਗਰਸ 2022 ਦੀਆਂ ਚੋਣਾਂ ਹਾਰ ਜਾਂਦੀ ਹੈ ਔਰ ਚੋਣਾਂ ਹਾਰਨ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ। ਰਾਣਾ ਗੁਰਮੀਤ ਸੋਢੀ ਇਹ ਵੀ ਇੱਕ ਚਿਹਰਾ ਸੀ ਕਾਂਗਰਸ ਦਾ। ਜੀ ਹਾਂ, ਕੈਬਨਿਟ ਮੰਤਰੀ ਰਹੇ ਨੇ ਰਾਣਾ ਗੁਰਮੀਤ ਸੋਢੀ ਔਰ ਇਹ ਜਿਹੜਾ ਸਪੋਰਟਸ ਮਿਨਿਸਟਰ ਰਹੇ ਨੇ ਕੈਬਨਿਟ ਦੇ ਵਿੱਚ, ਕਾਂਗਰਸ ਦੀ ਕੈਬਨਿਟ ਦੇ ਵਿੱਚ, ਔਰ ਪਰ ਇਹ ਵੀ ਜਿਹੜਾ ਕਾਂਗਰਸ ਨੂੰ ਅਲਵਿਦਾ ਕਹਿ ਕੇ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਸੁਨੀਲ ਜਾਖੜ ਇੱਕ ਨਾਮੀ ਚਿਹਰਾ ਪੰਜਾਬ ਕਾਂਗਰਸ ਦਾ, ਪਰ ਹੁਣ ਭਾਜਪਾ ਦੇ ਵਿੱਚ ਨੇ। ਸੁਨੀਲ ਜਾਖੜ ਜੋ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਪੰਜਾਬ ਕਾਂਗਰਸ ਦੇ, ਪਰ 2022 ਦੇ ਵਿੱਚ ਤਲਖੀਆਂ ਜਿਹੜੀਆਂ ਨੇ ਉਹ ਵਧੀਆਂ ਪਾਰਟੀ ਦੇ ਨਾਲ ਔਰ ਤਲਖੀਆਂ ਵਧਣ ਤੋਂ ਬਾਅਦ ਪਾਰਟੀ ਨੂੰ ਅਲਵਿਦਾ ਕਿਹਾ ਤੇ ਜਾ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ। ਹਰਜੋਤ ਕਮਲ ਮੋਗਾ ਤੋਂ ਵਿਧਾਇਕ ਸੀ ਇਹ ਕਾਂਗਰਸ ਦੇ। ਇਹ ਵੀ 2022 ਦੀਆਂ ਚੋਣਾਂ ਤੋਂ ਪਹਿਲਾਂ, ਜ਼ਿਆਦਾਤਰ ਜਿਹੜੇ ਇਹਦੇ ਵਿੱਚ ਨਾਮ ਨੇ ਉਹ 2022 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਅਲਵਿਦਾ ਕਹਿ ਕੇ ਤੇ ਭਾਜਪਾ ਦੇ ਵਿੱਚ ਸ਼ਾਮਲ ਹੋਏ। ਟਿਕਟ ਦਾ ਰੌਲਾ ਜਿਹੜਾ ਉਹ ਪਿਆ ਸੀ 2022 ਦੇ ਵਿੱਚ, ਜੋ ਮਾਲਵਿਕਾ ਸੂਦ, ਸੋਨੂ ਸੂਦ ਦੀ ਸਿਸਟਰ ਨੇ ਜਿਹੜੇ, ਉਹਨਾਂ ਨੂੰ ਸ਼ਾਮਲ ਕਰਵਾਇਆ ਗਿਆ ਸੀ ਮੋਗਾ ਤੋਂ ਔਰ ਉਸ ਤੋਂ ਬਾਅਦ ਨਾਰਾਜ਼ਗੀ ਵਧੀ ਤੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ। ਰਾਜਕੁਮਾਰ ਵੇਰਕਾ ਇਹ ਜਿਹੜੇ ਕੈਬਨਿਟ ਮੰਤਰੀ ਰਹੇ ਨੇ ਚੰਨੀ ਕੈਬਨਿਟ ਦੇ ਵਿੱਚ, ਜਦੋਂ ਚੰਨੀ ਮੁੱਖ ਮੰਤਰੀ ਚੰਨੀ ਬਣਾਏ ਜਾਂਦੇ ਨੇ ਉਸ ਵੇਲੇ ਕੈਬਨਿਟ ਦੇ ਵਿੱਚ ਇਹਨਾਂ ਨੂੰ ਸ਼ਾਮਿਲ ਕੀਤਾ ਜਾਂਦਾ ਰਾਜਕੁਮਾਰ ਵੇਰਕਾ ਨੂੰ, ਔਰ ਇਹ ਵੀ ਜਿਹੜਾ ਹੁਣ ਕਾਂਗਰਸ ਨੂੰ ਅਲਵਿਦਾ ਕਹਿ ਕੇ ਤੇ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਸੋ ਇਹ ਵੀ ਇੱਕ ਨਾਮ ਜਿਹੜਾ ਉਹ ਜੁੜਦਾ।
ਗੁਰਪ੍ਰੀਤ ਕਾਂਗੜ ਦਾ ਜ਼ਿਕਰ ਕਰੀਏ, ਮੈਂ ਬਲਬੀਰ ਸਿੱਧੂ ਦਾ ਜ਼ਿਕਰ ਪਹਿਲਾਂ ਕਰ ਰਿਹਾ ਸੀ, ਤਾਂ ਗੁਰਪ੍ਰੀਤ ਕਾਂਗੜ ਵੀ ਉਹ ਸ਼ਖਸ ਨੇ, ਉਹ ਆਗੂ ਨੇ ਜਿਹੜੇ ਕਾਂਗਰਸ ਦੇ ਵਿੱਚ ਕੈਬਨਿਟ ਮਿਨਿਸਟਰ ਸੀ, ਕੈਪਟਨ ਵਜ਼ਾਰਤ ਦੇ ਵਿੱਚ, ਪਰ ਜਦੋਂ ਕੈਪਟਨ ਅਸਤੀਫਾ ਦੇ ਦਿੰਦੇ ਨੇ ਤੇ ਮੁੱਖ ਮੰਤਰੀ ਚੰਨੀ ਬਣਦੇ ਨੇ ਉਦੋਂ ਇਹ ਵਜ਼ਾਰਤ ਤੋਂ ਬਾਹਰ ਹੋ ਜਾਂਦੇ ਨੇ। ਦਰਦ ਇਹਨਾਂ ਦਾ ਵੀ ਛਲਕਦਾ। ਮੈਨੂੰ ਯਾਦ ਹੈ ਕਿ ਦੋਨੋਂ ਜਾਣੇ ਬਲਬੀਰ ਸਿੱਧੂ ਔਰ ਗੁਰਪ੍ਰੀਤ ਕਾਂਗੜ ਇਕੱਠੇ ਰਲ ਕੇ ਪ੍ਰੈਸ ਕਾਨਫਰੰਸ ਵੀ ਕਰਦੇ ਨੇ ਔਰ ਹੰਝੂ ਵੀ ਕਿਤੇ ਨਾ ਕਿਤੇ ਅੱਖਾਂ ਦੇ ਵਿੱਚ ਆਉਂਦੇ ਨੇ ਕਿ ਕੈਬਨਿਟ ਦੇ ਵਿੱਚੋਂ ਬਾਹਰ ਕੀਤਾ ਗਿਆ, ਪਰ ਬਾਅਦ ਦੇ ਵਿੱਚ ਫਿਰ ਜਿਹੜਾ ਬੀਜੇਪੀ ਜਿਹੜਾ ਇਹਨਾਂ ਦੇ ਵੱਲੋਂ ਵੀ ਜੁਆਇਨ ਕੀਤੀ ਜਾਂਦੀ ਹੈ। ਹੁਣ ਤਾਜ਼ਾ ਆਪਾਂ ਜੋ ਸ਼ਖਸ ਦੀ ਤਸਵੀਰ ਦੇਖ ਰਹੇ ਹਾਂ ਉਹ ਸੁਸ਼ੀਲ ਕੁਮਾਰ ਰਿੰਕੂ। ਜੀ ਹਾਂ, ਚਰਚਿਤ ਨਾਮ ਅੱਜ ਕੱਲ੍ਹ ਹੈਡਲਾਈਨਸ ਬਣ ਰਹੀਆਂ ਇਹਨਾਂ ਦੀਆਂ, ਕਿਉਂਕਿ ਕਾਂਗਰਸ ਨੂੰ ਅਲਵਿਦਾ ਕਹਿ ਕੇ, ਕਾਂਗਰਸ ਦੇ ਵਿਧਾਇਕ ਰਹੇ ਨੇ, ਕਾਂਗਰਸ ਨੂੰ ਅਲਵਿਦਾ ਕਹਿ ਕੇ ਤੇ ਹੁਣ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ ਬੜਾ ਚੰਗਾ ਬਦਲਾਅ ਜਿਹੜਾ ਉਹ 1 ਸਾਲ ਦੇ ਵਿੱਚ ਲੈ ਆਂਦਾ ਹੈਗਾ। ਸੋ ਸੁਸ਼ੀਲ ਕੁਮਾਰ ਰਿੰਕੂ ਨੇ ਜਿਹੜੇ ਉਹਨਾਂ ਨੇ ਵੀ ਪਾਰਟੀ ਬਦਲੀ ਹੈ। ਸੋ ਇੰਦਰ ਇਕਬਾਲ ਅਟਵਾਲ ਜ਼ਿਕਰ ਇਹਨਾਂ ਦਾ ਕਰ ਰਹੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜਾ ਹੁਣ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ। ਚਰਨਜੀਤ ਸਿੰਘ ਅਟਵਾਲ ਜੋ ਕਿ ਡਿਪਟੀ ਸਪੀਕਰ ਰਹਿ ਚੁੱਕੇ ਨੇ ਵਿਧਾਨ ਸਭਾ ਦੇ, ਪੰਜਾਬ ਵਿਧਾਨ ਸਭਾ ਦੇ, ਉਹਨਾਂ ਦੇ ਬੇਟੇ ਨੇ ਇਹ ਇੰਦਰ ਇਕਬਾਲ ਸਿੰਘ ਅਟਵਾਲ। ਸੋ ਇਹ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ। ਮਨਜਿੰਦਰ ਸਿੰਘ ਸਿਰਸਾ ਅਕਾਲੀ ਦਲ ਤੋਂ ਅਲਵਿਦਾ ਕਹਿ ਕੇ, ਅਕਾਲੀ ਦਲ ਨੂੰ ਅਲਵਿਦਾ ਕਿਹਾ ਤੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ 2022 ਦੇ ਵਿੱਚ 2022 ਦੇ ਵਿੱਚ ਸ਼ਾਮਲ ਹੋਏ ਸੀ ਔਰ ਉਸ ਵੇਲੇ ਕਾਫੀ ਚਰਚਾ ਦੇ ਵਿੱਚ ਰਹੇ ਸੀ ਜਿਸ ਵੇਲੇ ਬੀਜੇਪੀ ਦਾ ਹੱਥ ਇਹਨਾਂ ਨੇ ਥੰਮਿਆ ਸੀ। ਅਕਾਲੀ ਦਲ ਨੇ ਵੀ ਤਿੱਖੇ ਨਿਸ਼ਾਨੇ ਮਨਜਿੰਦਰ ਸਿਰਸਾ ਤੇ ਸਾਧੇ ਸੀ, ਤਾਂ ਹੁਣ ਇਹ ਬੀਜੇਪੀ ਦੇ ਵਿੱਚ ਹਨ, ਪਹਿਲਾਂ ਅਕਾਲੀ ਦਲ ਦੇ ਵਿੱਚ ਸੀ। ਸੋ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਕਰਾਂਗੇ ਹੁਣ। ਨਵਜੋਤ ਸਿੰਘ ਸਿੱਧੂ ਨੇ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ। 2004 ਦੇ ਵਿੱਚ ਇਹਨਾਂ ਨੇ 2004 ਦੇ ਵਿੱਚ ਇਹਨਾਂ ਨੇ ਭਾਜਪਾ ਤੋਂ ਆਪਣੀ ਸ਼ੁਰੂਆਤ ਕੀਤੀ ਸੀਗੀ ਔਰ 16 ਤੱਕ ਜਿਹੜੇ ਨੇ ਉਹ ਰਹੇ ਨੇ ਭਾਜਪਾ ਦੇ ਵਿੱਚ, ਪਰ ਫਿਰ ਕਾਂਗਰਸ ਦੇ ਵਿੱਚ ਚਲੇ ਗਏ ਔਰ ਹੁਣ ਕਾਂਗਰਸ ਦੇ ਵਿੱਚ ਨੇ। ਸੋ ਅਗਰ ਨੈਸ਼ਨਲ ਆਗੂਆਂ ਦੀ ਗੱਲ ਕਰੀਏ, ਆਪਾਂ ਕੌਮੀ ਆਗੂਆਂ ਦੀ ਗੱਲ ਕਰੀਏ ਤਾਂ ਵੱਡੇ ਨਾਮ CR ਕੇਸਵਨ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ, ਡਾਕਟਰ ਪਿਆਰੇ ਲਾਲ ਗਰਗ ਵੀ ਇਹਨਾਂ ਦਾ ਜ਼ਿਕਰ ਕਰ ਰਹੇ ਸੀ। CR ਕੇਸਵਨ ਕਾਂਗਰਸ ਤੋਂ ਜਿਹੜਾ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ। ਕਾਰਗੁਜ਼ਾਰੀ ਤੋਂ ਕਿਤੇ ਨਾ ਕਿਤੇ ਨਾਰਾਜ਼ ਚੱਲ ਰਹੇ ਸੀ, ਇਹ ਵੀ ਬਿਆਨ ਵੀ ਦਿੱਤਾ ਉਹਨਾਂ ਨੇ ਕਿ ਕਾਂਗਰਸ ਦੀ ਜੋ ਪਰਫਾਰਮੈਂਸ ਹੈ ਜਾਂ ਕਾਰਗੁਜ਼ਾਰੀ ਹੈ ਜਾਂ ਗੱਲਬਾਤ ਜਿਹੜੀ ਹੈ ਉਹ ਨਹੀਂ ਸੁਣੀ ਜਾਂਦੀ। ਕਿਰਨ ਰੈੱਡੀ ਨੇ ਕਾਂਗਰਸ ਤੋਂ ਭਾਜਪਾ 'ਚ ਗਏ ਨੇ। ਇਹਨਾਂ ਦੇ ਬਾਰੇ ਅਗਰ ਮੈਂ ਜ਼ਿਕਰ ਕਰਾਂ ਤਾਂ ਆਂਧਰਾ ਪ੍ਰਦੇਸ਼, ਜਿਸ ਵੇਲੇ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਇਹ ਦੋਹੇ ਸਟੇਟਾਂ ਇਕੱਠੀਆਂ ਸੀ, ਮਤਲਬ ਤੇਲੰਗਾਨਾ ਬਣਨ ਤੋਂ ਪਹਿਲਾਂ ਇਹ ਆਂਧਰਾ ਪ੍ਰਦੇਸ਼ ਜੁਆਇੰਟ ਅੰਡਰ ਆਂਧਰਾ ਪ੍ਰਦੇਸ਼ ਦੇ ਇਹ ਚੀਫ ਮਿਨਿਸਟਰ ਰਹੇ ਨੇ ਕਿਰਨ ਰੈੱਡੀ, ਔਰ ਇਹ ਉਸ ਵੇਲੇ ਲਾਸਟ ਚੀਫ ਮਿਨਿਸਟਰ ਸੀ ਜਿਸ ਤੋਂ ਬਾਅਦ ਜਿਹੜੀ ਹੈ ਬਾਈਫਰਕੇਸ਼ਨ ਜਿਹੜੀ ਹੋਈ ਹੈ, ਮਤਲਬ ਕਿ ਆਂਧਰਾ ਪ੍ਰਦੇਸ਼ ਦੋ ਹਿੱਸਿਆਂ ਦੇ ਵਿੱਚ ਹੋਇਆ, ਤੇਲੰਗਾਨਾ ਦੇ ਵਿੱਚ ਔਰ ਆਂਧਰਾ ਪ੍ਰਦੇਸ਼ ਵੱਖਰਾ ਬਣਿਆ ਜਿਹੜਾ। ਉਸ ਤੋਂ ਪਹਿਲਾਂ ਦੇ ਚੀਫ ਮਿਨਿਸਟਰ ਨੇ ਕਿਰਨ ਰੈੱਡੀ। ਅਨਿਲ ਐਂਟਨੀ ਦਾ ਜ਼ਿਕਰ ਕਰਾਂ, ਹਾਰਦਿਕ ਪਟੇਲ ਦਾ ਜ਼ਿਕਰ ਕਰੀਏ ਤਾਂ ਹਾਰਦਿਕ ਪਟੇਲ ਨੇ ਜਿਹੜੇ ਉਹ ਵੀ ਕਾਂਗਰਸ ਛੱਡ ਕੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ। ਕਾਂਗਰਸ ਇਹਨਾਂ ਨੇ ਜੁਆਇਨ ਕੀਤੀ ਸੀ, ਬੜਾ ਉਸ ਵੇਲੇ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਕੀਤਾ ਸੀ, ਮੋਦੀ ਸਰਕਾਰ ਦੇ ਖਿਲਾਫ ਵੀ ਕਾਫੀ ਬੋਲਦੇ ਸੀ, ਪਰ ਹੁਣ ਮੋਦੀ ਸਰਕਾਰ ਦੇ ਪੱਖ 'ਚ ਵੀ ਕਾਫੀ ਬੋਲਦੇ ਨੇ। ਸੋ ਇਹ ਵੀ ਇੱਕ ਉਹ ਆਗੂ ਨੇ ਜਿਹੜੇ ਕਾਂਗਰਸ ਜੁਆਇਨ ਕੀਤੀ, ਪਰ ਸ਼ੁਰੂਆਤ ਕਹਿ ਲਓ ਵੀ ਕਾਂਗਰਸ ਤੋਂ ਕੀਤੀ ਤੇ ਬਾਅਦ ਦੇ ਵਿੱਚ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਕੌਮੀ ਆਗੂ ਨੇ ਸਾਰੇ ਇਹ। ਜਿਤਨ ਪ੍ਰਸਾਦ ਜਿਹੜੇ ਨੇ ਉਹ ਵੀ ਕਾਂਗਰਸ ਤੋਂ ਭਾਜਪਾ ਦੇ ਵਿੱਚ ਗਏ ਨੇ। ਸੋ ਕੌਮੀ ਸਿਆਸਤ ਦੇ ਨਾਲ ਜੁੜੇ ਹੋਏ ਕੁਝ ਚਿਹਰੇ ਨੇ। ਸੋ ਇਹ ਕੁਝ ਚਿਹਰੇ ਨੇ ਜਿਹੜੇ ਤੁਹਾਡੇ ਨਾਲ ਅਸੀਂ ਸਾਂਝੇ ਕੀਤੇ ਨੇ, ਤੁਹਾਨੂੰ ਜਾਣੂ ਕਰਾਏ ਨੇ। ਸੋ ਸਾਡੇ ਨਾਲ ਮਹਿਮਾਨ ਜੁੜੇ ਹੋਏ ਨੇ ਲਗਾਤਾਰ। ਜੋਤਿਰਾਦਿੱਤਿਆ ਜਿਹੜੇ ਡਾਕਟਰ ਪਿਆਰੇ ਲਾਲ ਗਰਗ ਜੁੜੇ ਹੋਏ ਨੇ ਸਾਡੇ ਨਾਲ। ਗਰਗ ਸਾਹਿਬ, ਕੁਝ ਨਾਮ ਅਸੀਂ ਸਾਂਝੇ ਕੀਤੇ ਨੇ ਔਰ ਆਪਣੀ ਗੱਲ ਵੀ ਜਿਹੜੀ ਹੈ ਪਹਿਲਾਂ ਚੱਲ ਰਹੀ ਸੀ। ਮੈਂ ਹੁਣ ਅਗਲੇ ਪਹਿਲੂ ਤੇ ਜੇ ਮੈਂ ਆਵਾਂ ਤਾਂ ਉਹਦੇ ਵਿੱਚ ਇੱਕ ਲੋਕਤੰਤਰ ਦਾ ਜ਼ਿਕਰ ਹੁੰਦਾ ਹੈ ਕਿ ਲੋਕਤੰਤਰ, ਇੱਕ ਤਾਂ ਦੇਸ਼ ਦਾ ਲੋਕਤੰਤਰ ਦੀ ਗੱਲ ਕਰਦੇ ਆ, ਪਰ ਸਿਆਸੀ ਆਗੂ ਨੇ ਜਿਹੜੇ ਉਹ ਪਾਰਟੀਆਂ ਵਿਚਲੇ ਲੋਕਤੰਤਰ ਦਾ ਵੀ ਜ਼ਿਕਰ ਕਰਦੇ ਨੇ ਕਿ ਪਾਰਟੀਆਂ ਦੇ ਵਿੱਚ ਕਿੰਨਾ ਕੁ ਲੋਕਤੰਤਰ, ਕਿੰਨੀ ਕੁ ਡੈਮੋਕ੍ਰੇਸੀ, ਇੰਟਰਨਲ ਡੈਮੋਕ੍ਰੇਸੀ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹ ਹੈਗੀ ਹੈ ਜਾਂ ਨਹੀਂ ਹੈਗੀ। ਤੁਸੀਂ ਵੀ ਉਸਦਾ ਬੜਾ ਅੱਛਾ ਉਦਾਹਰਣ ਇੱਕ ਦੇ ਰਹੇ ਸੀ ਕਿ ਜਿਵੇਂ ਅਮਰੀਕਾ ਦੇ ਵਿੱਚ ਇੰਟਰਨਲ ਪਹਿਲਾਂ ਵੋਟਿੰਗ ਹੁੰਦੀ ਹੈ ਤੇ ਚੁਣਿਆ ਜਾਂਦਾ ਲੀਡਰ ਵੀ ਕਿਹਨੂੰ ਚੁਣਿਆ ਜਾਵੇ, ਉਹ ਇੱਕ ਐਗਜ਼ਾਮਪਲ ਜ਼ਰੂਰ ਹੈਗਾ। ਮੈਨੂੰ ਯਾਦ ਹੈ ਗਰਗ ਸਾਹਿਬ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਹੋਇਆ ਔਰ ਮੁੱਖ ਮੰਤਰੀ ਦੀ ਭਾਲ ਜਿਹੜੀ ਹੈ ਉਹ ਜਾਰੀ ਸੀ ਕਿ ਕਿਹਨੂੰ ਮੁੱਖ ਮੰਤਰੀ ਬਣਾਉਣਾ ਹੈ, ਹੈਡਲਾਈਨਸ ਬਾਰ-ਬਾਰ ਚੇਂਜ ਹੋ ਰਹੀਆਂ ਸੀਗੀਆਂ। ਉਸ ਵੇਲੇ ਉਸ ਤੋਂ ਬਾਅਦ ਜ਼ਿਕਰ ਆਇਆ ਕਿ ਜਾਖੜ ਸਾਹਿਬ ਨੂੰ ਜਿਹੜਾ ਉਹ ਸਭ ਤੋਂ ਵੱਧ ਵੋਟਾਂ ਪਈਆਂ ਸੀਗੀਆਂ,
ਪਰ ਜਾਖੜ ਸਾਹਿਬ ਮੁੱਖ ਮੰਤਰੀ ਨਹੀਂ ਬਣੇ ਕਿਉਂਕਿ ਇੱਕ ਅੰਬਿਕਾ ਸੋਨੀ ਉਹਨਾਂ ਵੱਲੋਂ ਵੀ ਬਿਆਨ ਸੀ ਕਿ ਮੁੱਖ ਮੰਤਰੀ ਜਿਹੜਾ ਉਹ ਸਰਦਾਰ ਚਿਹਰਾ ਹੀ ਜਿਹੜਾ ਉਹ ਹੋਣਾ ਚਾਹੀਦਾ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਪਾਰਟੀਆਂ ਦੇ ਵਿੱਚੋਂ ਇੰਟਰਨਲ ਡੈਮੋਕ੍ਰੇਸੀ, ਜਿਵੇਂ ਕਿ ਕਹਿੰਦੇ ਕਿ ਜਾਖੜ ਸਾਹਿਬ ਨੂੰ ਸਭ ਤੋਂ ਵੱਧ ਵੋਟਾਂ ਪਈਆਂ ਸੀਗੀਆਂ, ਮੇਰੇ ਖਿਆਲ 40-42 ਦਾ ਸ਼ਾਇਦ ਜ਼ਿਕਰ ਹੁੰਦਾ, ਅਗਰ ਮੈਂ ਠੀਕ ਹੋਵਾਂ ਤਾਂ, ਕਰੈਕਟ ਹੋਵਾਂ ਤਾਂ, ਕੀ ਇੰਟਰਨਲ ਡੈਮੋਕ੍ਰੇਸੀ ਔਰ ਦੂਜਾ ਸੈਕੂਲਰਿਜ਼ਮ ਦੀ ਗੱਲ ਜਿਹੜੀ ਆਉਂਦੀ ਹੈ, ਜਿਹੜੀ ਪਾਰਟੀਆਂ ਅਕਸਰ ਕਰਦੀਆਂ ਨੇ, ਉਹ ਪਾਰਟੀਆਂ ਦੇ ਵਿੱਚੋਂ ਹੀ ਗਾਇਬ ਹੁੰਦਾ ਜਾ ਰਿਹਾ? ਬਿਲਕੁਲ ਠੀਕ। ਦੇਖੋ ਤੁਸੀਂ ਸਹੀ ਕਿਹਾ, ਪੂਰੀ ਜਿਹੜਾ ਵਿਸ਼ਲੇਸ਼ਣ ਕਰਿਆ ਹੈ, ਵੱਡੇ ਵੱਡੇ ਦਿਗਜ ਸਿੰਧੀਆ ਚਲਾ ਗਿਆ, ਉਧਰੋਂ ਸਚਿਨ ਪਾਇਲਟ ਜਾਣ ਨੂੰ ਤਿਆਰ ਹੀ ਸੀਗਾ, ਉਹ ਨਹੀਂ ਰੋਕ ਲਿਆ ਗਿਆ। ਇੱਥੇ ਸੁੰਦਰ ਸ਼ਾਮ ਅਰੋੜਾ ਵੀ ਗਿਆ, ਕਾਫੀ ਨਾਮ ਆਪਾਂ ਅਸਾਮ ਦੇ ਜਿਹੜੇ ਮੁੱਖ ਮੰਤਰੀ ਬੀਜੇਪੀ ਦੇ ਉਹ ਵੀ ਕਾਂਗਰਸ ਤੋਂ, ਤੇ ਤ੍ਰਿਪੁਰਾ 'ਚ ਵੀ ਬੜੇ ਸਾਰੇ ਬੀਜੇਪੀ ਨੇ, ਕਿਉਂਕਿ ਬੀਜੇਪੀ ਤਾਕਤ ਦੇ ਵਿੱਚ ਤੌਰ ਤਰੀਕਿਆਂ ਦੇ ਨਾਲ ਆਪਣੇ ਵੱਲ ਖਿੱਚਦੀ ਰਹੀ ਹੈ। ਇੱਕ ਖਿੱਚ ਵੀ ਹੈ, ਇੱਕ ਤਾਂ ਹੈਗਾ ਧੱਕ, ਇੱਕ ਖਿੱਚ ਵੀ ਹੈ। ਪਰ ਇਹ ਖਿੱਚ ਤੇ ਧੱਕ ਸਾਰੀ ਕੰਮ ਇਸ ਕਰਕੇ ਕਰ ਰਹੀ ਹੈ, ਜੋ ਤੁਸੀਂ ਵੱਡਾ ਸਵਾਲ ਖੜਾ ਕਰਿਆ ਹੈ ਕਿ ਸਾਡੇ ਅੰਦਰ ਕਿਤੇ ਨਾ ਕਿਤੇ ਜਿਹੜੀ ਅੰਦਰੂਨੀ ਪਾਰਟੀਆਂ ਦੀ ਜਮਹੂਰੀਅਤ ਹੈ ਉਹ ਤੇ ਬਹੁਤ ਵੱਡੀ ਘਾਟ ਲੱਗੀ। ਦੂਜਾ ਜਿਹੜਾ ਸਾਡੇ ਧਰਮ ਨਿਰਪੱਖਤਾ ਦਾ ਜਿਹੜਾ ਅਸੂਲ ਹੈ ਤੇ ਸਵੈ ਨਿਰਭਰਤਾ ਦਾ, ਇਹ ਦੋਨਾਂ ਅਸੂਲਾਂ ਦਾ ਮੈਂ ਸਵੈ ਨਿਰਭਰਤਾ ਵੀ ਨਾਲ ਜੋੜੂੰਗਾ, ਇਹਨਾਂ ਦੋਹਾਂ ਅਸੂਲਾਂ ਦੇ ਉੱਤੇ ਬੜੇ ਵੱਡਾ ਘਾਤ ਲੱਗ ਗਿਆ। ਇਸ ਕਰਕੇ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਜਮਹੂਰੀਅਤ ਹੈ ਜਿਹੜੀ ਦੇਸ਼ ਦੀ ਜਮਹੂਰੀਅਤ ਹੈ, ਚੋਣਾਂ ਬਾਅਦ ਚ ਆਉਂਦੀਆਂ ਨੇ, ਪਾਰਟੀ ਦੀ ਅੰਦਰੂਨੀ ਜਮਹੂਰੀਅਤ ਉਦੋਂ ਪਹਿਲਾਂ। ਜਦ ਦੇਸ਼ ਆਜ਼ਾਦ ਨਹੀਂ ਵੀ ਹੋਇਆ ਸੀ ਤਾਂ ਵੀ ਕਾਂਗਰਸ ਪਾਰਟੀ ਦੇ ਇਜਲਾਸ ਹੁੰਦੇ ਸੀ, ਦੂਜੀਆਂ ਪਾਰਟੀਆਂ ਦੇ ਵੀ ਇਜਲਾਸ ਹੁੰਦੇ ਸੀ, ਉੱਥੇ ਬਾਕਾਇਦਾ ਚੁਣੇ ਜਾਂਦੇ ਸੀ। 1939 ਦਾ ਆਪਾਂ ਨੂੰ ਪਤਾ ਹੈ ਵੀ ਆਪਣਾ ਸੁਭਾਸ਼ ਚੰਦਰ ਬੋਸ ਜੀ ਦਾ ਤੇ ਕਿਵੇਂ ਹੋਇਆ, 1929 ਦੇ ਇਜਲਾਸ ਦਾ ਆਪਾਂ ਨੂੰ ਪਤਾ ਹੈ। ਸੋ ਇਹ ਇਜਲਾਸ ਹੁੰਦੇ ਸੀ, ਦੋ ਤੋਂ ਤਿੰਨ ਦਿਨ ਗੱਲਾਂ ਹੁੰਦੀਆਂ ਸੀ। ਇੱਥੇ ਮਟੌਰ ਦੇ ਵਿੱਚ ਸੈਸ਼ਨ ਹੋਇਆ ਸੀ 1991-92 ਦੀ ਗੱਲ ਹੈ ਇਹਦਾ, ਕਾਂਗਰਸ ਦਾ, ਔਰ ਤਕੜਾ ਸੈਸ਼ਨ ਸੀ ਉਹ। ਹੁਣ ਉਹ ਬੰਦ ਹੋ ਗਏ। ਇੱਕ ਤਾਂ ਚਰਚਾ ਹੀ ਬੰਦ ਹੋ ਗਈ, ਦੂਜੇ ਜਮਹੂਰੀ ਤਰੀਕੇ ਨਾਲ ਫੈਸਲੇ ਬੰਦ ਹੋ ਗਏ, ਤੇ ਤੀਜਾ ਜਿਹੜਾ ਸੈਕੂਲਰਿਜ਼ਮ ਦਾ ਸੀ, ਕਿਤੇ ਨਾ ਕਿਤੇ ਸਾਰੀਆਂ ਪਾਰਟੀਆਂ ਹੁਣ ਥੋੜਾ ਜਿਹਾ ਕਾਂਗਰਸ ਨੇ ਕਿਹਾ ਹੈ ਵੀ ਅਸੀਂ ਇਹ ਇੱਕ ਧਰਮ ਦੇ ਨਾਂ ਤੇ ਨਹੀਂ ਕਰਨਾ, ਪਰ ਆਪਦਾ ਧਰਮ ਦਾ ਉਸੇ ਤਰ੍ਹਾਂ ਹੀ ਟਿੱਕਾ ਉੱਡਾ ਹੀ ਵੱਡਾ ਲਾਉਣ ਲੱਗੇ ਸੀ। ਕੇਜਰੀਵਾਲ ਜੀ ਨੇ ਕਹਿੰਦਾ ਗਰਗ ਸਾਹਿਬ ਆਪਣੇ ਨਾਲ ਕਾਲਰ ਜੁੜ ਗਏ ਨੇ, ਸਮਾਂ ਹੁਣ ਆਪਣੇ ਕੋਲ ਥੋੜਾ ਜਿਹਾ ਘੱਟ ਹੀ ਹੈ, ਆਪਾਂ ਕਾਲਰਸ ਦੀ ਵੀ ਰਾਏ ਵਿੱਚ ਹੀ ਸ਼ੁਮਾਰ ਕਰ ਲਈਏ, ਫਿਰ ਮੈਂ ਕੰਕਲੂਡ ਤੁਹਾਡੇ ਕੋਲ ਆ ਕੇ ਕਰੂੰਗਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਡੇਲੀ ਪੋਸਟ ਤੇ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਡਾਕਟਰ ਪਿਆਰੇ ਲਾਲ ਗਰਗ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਜੀ, ਬੇਨਤੀ ਹੈ ਜੀ, ਇਹ ਜਿਹੜੀ ਰਾਜਨੀਤੀ ਹੈ ਸੇਵਾ ਆ, ਪਰ ਹੁਣ ਇਹ ਜਿਹੜੀ ਬਿਜ਼ਨਸ ਬਣ ਚੁੱਕੀ ਆ, ਤੇ ਵਪਾਰੀ ਤੇ ਉਧਰ ਜਾਂਦਾ ਜਿੱਧਰ ਉਹਨੂੰ ਫਾਇਦਾ ਹੋਵੇ। ਠੀਕ ਹੈ। ਪਾਰਲੀਮੈਂਟ ਦੇ ਇੱਕ ਜਿਹੜੇ ਆ ਸਪੀਕਰ ਨੇ ਸੋਮਨਾਥ ਚੈਟਰ ਜੀ, ਬੜੇ ਵਧੀਆ ਬੰਦੇ ਸੀ, ਉਹਨਾਂ ਦਾ ਮੈਂ ਇੱਕ ਵਾਰੀ ਟੀਵੀ ਤੇ ਸੁਣਿਆ ਸੀ ਪਾਰਲੀਮੈਂਟ ਦੇ ਭਾਸ਼ਣ। ਉਹ ਕਹਿੰਦੇ ਵੀ ਮੈਂ ਨੌਜਵਾਨਾਂ ਨੂੰ ਇੱਕ ਵਾਰੀ ਪੁੱਛਿਆ ਵੀ ਤੁਸੀਂ ਰਾਜਨੀਤੀ ਚ ਆਉਣਾ ਚਾਹੁੰਦੇ ਹੋ, ਤੇ ਉਹ ਇਹਨਾਂ ਦਾ ਕਰੈਕਟਰ, ਇਹਨਾਂ ਦੀ ਨੈਤਿਕਤਾ ਵੇਖ ਕੇ ਨਾ ਰਾਜਨੀਤਿਕਾਂ ਦੀ, ਤੂੰ ਕਹਿੰਦਾ ਬੜੇ ਨੌਜਵਾਨ ਯੂਨੀਵਰਸਿਟੀਆਂ ਦੇ ਉਹ ਕਹਿੰਦੇ ਅਸੀਂ ਨਹੀਂ ਆਉਣਾ ਚਾਹੁੰਦੇ ਇਹ ਕੰਧ ਚ, ਮਤਲਬ ਇਹ ਸ਼ਬਦ ਵਰਤੇ ਉਹਨਾਂ ਨੇ ਪਾਰਲੀਮੈਂਟ। ਠੀਕ ਹੈ। ਉਹ ਕਹਿੰਦਾ ਮੈਨੂੰ ਉਹਨਾਂ ਦੀ ਗੱਲ ਸੁਣ ਕੇ ਤੇ ਸ਼ਰਮ ਮਹਿਸੂਸ ਹੋਈ। ਦੂਜਾ ਗਰਗ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਆਪਣਾ ਪਵਿੱਤਰ ਬਾਣੀ ਦਾ ਹਵਾਲਾ ਦਿੱਤਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇੱਕ ਮਾਡਲ ਦਿੱਤਾ ਰਾਜਨੀਤੀ ਦਾ ਜੀ। ਤਖਤ ਰਾਜਾ ਸੋਨਾ ਹੈ ਜੋ ਤਖਤ ਹੈ ਲਾਇਕ ਹੋਏ, ਤਖਤ ਵਹਿ ਤਖਤ ਕੀ ਲਾਇਕ, ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਸੋਹੇ ਦਾਤਾ ਜਨ। ਪ੍ਰੇਮ ਸਮਾਗਮ ਇੱਕ ਸਿੱਖਾਂ ਦਾ ਧਾਰਮਿਕ ਗ੍ਰੰਥ ਹੈ, ਉਹਦੇ ਚ ਲਿਖਿਆ ਵੀ ਰਾਜੇ ਨੂੰ ਪਿੰਡਾਂ ਦੇ ਵਿੱਚ ਜਿਹੜੇ ਜਿੱਦਾਂ CID ਹੈ ਇਹ ਤਾਂ ਇਹ ਛੱਡਣੇ ਚਾਹੀਦੇ ਆ। ਠੀਕ ਹੈ। ਉਹਨਾਂ ਨੂੰ ਵੇਖਣਾ ਚਾਹੀਦਾ ਕਿ ਮੇਰੇ ਰਾਜ ਵਿੱਚ ਕੋਈ ਭੁੱਖਾ ਤਾਂ ਨਹੀਂ ਸੁੱਤਾ, ਮੇਰੇ ਰਾਜ ਵਿੱਚ ਕੋਈ ਇਹੋ ਵਿਅਕਤੀ ਨਹੀਂ ਜਿਹਦੇ ਸਿਰ ਤੇ ਛੱਤ ਨਾ ਹੋਵੇ। ਠੀਕ ਹੈ, ਠੀਕ ਠੀਕ ਹੈ। ਇੱਕ ਹੋਰ ਕਾਲਰ ਸਾਡੇ ਨਾਲ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਜੀ, ਇਹ ਅੱਜ ਮੈਂ ਨਾ ਫਿਰੋਜ਼ਪੁਰ ਬੈਠਾ ਕਿ ਸੱਥ ਦੇ ਵਿੱਚ, ਉੱਥੇ ਇਹੀ ਗੱਲ ਚੱਲ ਰਹੀ ਸੀ ਵੀ ਪੰਜਾਬ ਦੀ ਜਿਹੜੀ ਰਾਜਨੀਤੀ ਕਿੱਡੀ ਗੰਦੀ ਹੋ ਚੁੱਕੀ ਆ। ਹੈਲੋ ਜੀ ਜੀ, ਸੁਣ ਰਹੇ ਆ, ਤੁਸੀਂ ਗੱਲ। ਹਾਂਜੀ ਸਰ, ਉਹ ਕਹਿੰਦੇ ਵੀ ਇਹਨਾਂ ਲੋਕਾਂ ਜਿਹੜੇ ਤੁਸੀਂ ਨਾ ਦੇਖੋ ਫੋਟੋਆਂ ਵੀ, ਇਹ ਬੰਦੇ ਕੋਈ BJP ਚੋਂ ਗਏ ਨੇ, ਕੋਈ ਕਿੱਧਰੋਂ ਗਏ ਨੇ, ਇਹ ਬੰਦੇ ਸੱਤਾ ਦੇ ਭੁੱਖੇ ਨੇ, ਬਿਨਾਂ ਕੁਰਸੀ ਤੋਂ ਬਗੈਰ ਇਹ ਬੰਦੇ ਰਹਿ ਨਹੀਂ ਸਕਦੇ। ਠੀਕ ਹੈ।
ਹਾਂਜੀ ਕੁਰਸੀ ਦੇ ਬਗੈਰ ਰਹਿ ਨਹੀਂ ਸਕਦੇ। ਤੇ ਇਹ ਦੱਸੋ ਵੀ ਅੱਜ ਬੰਦੇ ਗੱਲਾਂ ਕਰ ਰਹੇ, ਉਹ ਕਹਿੰਦੇ ਵੀ ਕੇਜਰੀਵਾਲ ਤੇ ਭਗਵੰਤ ਮਾਨ ਇਸ ਤੋਂ ਥੋੜੇ ਦਿਨ ਹੋਏ ਉੱਥੇ 25 ਕਰੋੜ ਰੁਪਈਆ ਦੇ ਕੇ ਆਏ, ਉੱਥੇ ਕਿਸੇ ਡੇਰਾ ਬੱਲਾ ਵਾਲਾ ਹੈ ਉੱਥੇ ਕੋਈ ਜਲੰਧਰ ਦੇ ਵਿੱਚ। ਚਲੋ ਠੀਕ ਹੈ। ਹਾਂਜੀ ਹਰ ਕੋਈ ਬੰਦਾ ਗੱਲ ਇਹਨਾਂ ਦੀ ਸਮਝਦਾ ਹੈ ਵੀ ਇਹ ਲੋਕ ਕੀ ਕਰ ਰਹੇ ਨੇ। ਠੀਕ ਹੈ। ਸ਼ੁਕਰੀਆ ਜੀ ਜੁੜਨ ਦੇ ਲਈ ਔਰ ਗੱਲਬਾਤ ਆਪਣੀ ਰੱਖਣ ਦੇ ਲਈ। ਗਰਗ ਸਾਹਿਬ ਸਮਾਂ ਆਪਣੇ ਕੋਲ ਥੋੜਾ ਹੀ ਹੈ ਹੁਣ, ਤੇ ਕਨਕਲੂਡ ਕਰਨ ਲਈ ਮੈਂ ਤੁਹਾਡੇ ਕੋਲ ਆਉਂਗਾ ਤੇ ਕੀ ਹੱਲ ਜਿਹੜੇ ਆਪਾਂ ਉਹ ਵਿਚਾਰੇ ਨੇ ਇਸ ਸਾਰੇ ਮਸਲੇ ਨੂੰ ਲੈ ਕੇ। ਲਾਸਟ ਕਮੈਂਟ ਤੁਹਾਡਾ ਚਾਹੂੰਗਾ ਬਸ ਇਸ ਦੇ ਉੱਪਰ। ਜੀ ਦੇਖੋ ਗੱਲ ਇਹ ਹੈ ਵੀ ਜਿਹੜਾ ਸਾਡੀ ਸਿਆਸਤ ਨੂੰ, ਅਰਥਚਾਰੇ ਨੂੰ, ਸਮਾਜ ਨੂੰ ਸਿੱਧਾ ਕਰਨ ਵਾਸਤੇ ਜ਼ਰੂਰੀ ਹੈ ਕਿ ਅਸੀਂ ਜਿਹੜਾ ਅੱਜ ਵਿਕਾਸ ਦਾ ਮਾਡਲ ਹੈ ਉਹ ਹੈਗਾ, ਅਸੀਂ ਕਾਰਪੋਰੇਟ ਨੂੰ ਸਭ ਕੁਝ ਦੇ ਰਹੇ ਹਾਂ, ਉਹਨੂੰ ਬਦਲ ਕੇ ਕੋਆਪਰੇਟਿਵ ਮਾਡਲ ਵੱਲ ਜਾਣਾ ਹੋਏਗਾ। ਕੋਆਪਰੇਟਿਵ ਮਾਡਲ ਹੀ ਸਿਆਸਤ ਦਾ ਬਣਾਉਣਾ ਪਏਗਾ ਕਿ ਸਾਰੇ ਮਿਲ ਕੇ ਇਕੱਠੇ ਹੋ ਕੇ ਬੈਠ ਕੇ ਅਸੀਂ ਫੈਸਲਾ ਕਰੀਏ, ਇੱਕ ਦੂਜੇ ਦੀ ਗੱਲ ਸੁਣੀਏ। ਜਦ ਤੱਕ ਦੁਨੀਆ ਰਹੀਏ ਨਾਨਕੇ ਸੁਣੀਏ ਕਿਛ ਕਹੀਏ, ਦੂਜਿਆਂ ਨੂੰ ਸੁਣਨਾ ਸਿੱਖੀਏ, ਵਿਰੋਧੀ ਨੂੰ ਸੁਣਨਾ ਸਿੱਖੀਏ, ਵਿਧਾਨ ਸਭਾਵਾਂ ਦੇ ਵਿੱਚ, ਲੋਕ ਸਭਾ ਦੇ ਵਿੱਚ, ਸਦਨਾਂ ਦੇ ਵਿੱਚ ਸੁਣਨਾ ਸਿੱਖੀਏ, ਅੰਦਰਲੀ ਜਮਹੂਰੀਅਤ ਰੱਖੀਏ, ਵਿਰੋਧੀ ਵਿਚਾਰ ਦੀ ਉੱਤੇ ਵਿਚਾਰ ਕਰਕੇ ਕੋਈ ਫੈਸਲੇ ਇਕੱਠੇ ਸਾਂਝੇ ਫੈਸਲੇ ਕਰੀਏ ਤੇ ਇਕੱਠੇ ਬੈਠਣਾ ਸਿੱਖੀਏ। ਚਾਹੇ ਅਸੀਂ ਆਪੋਜੀਸ਼ਨ 'ਚ ਚਾਹੇ ਰਾਜ ਕਰਦੇ ਹਾਂ, ਤੇ ਉਹ ਇਕੱਠੇ ਬੈਠਣ ਬਾਰੇ ਗੁਰੂ ਸਾਹਿਬ ਦਾ ਹੁਕਮ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਨਿਵਦਾਏ, ਹਰ ਨਾਮੇ ਕੇ ਤੁਮ ਹੋਵੋ ਜੋੜੀ, ਗੁਰਮੁਖ ਵੈਸੋ ਸਫਾ ਵਿਛਾਏ। ਇਹ ਤਾਂ ਬੈਠਾਂਗੇ ਅਸੀਂ ਜੇ ਅੰਦਰਲੀ ਜਮਹੂਰੀਅਤ ਹੋਏਗੀ, ਜੇ ਨਿੱਜੀ ਲਾਲਚ ਛੱਡਾਂਗੇ, ਤੇ ਜੇ ਅਸੀਂ ਅਸੂਲਾਂ ਦੀ ਜਿਹੜੀ ਹੈਗੀ ਆ ਕਿਸੇ ਫਲਸਫੇ ਦੀ ਲੋਕ ਪੱਖੀ ਸਿਆਸਤ ਕਰਨ ਦੇ ਵਾਸਤੇ ਆਵਾਂਗੇ, ਫਿਰ ਅਸੀਂ ਆਪ ਵੀ ਚੰਗੇ ਰਹਾਂਗੇ ਤੇ ਲੋਕਾਂ ਨੂੰ ਵੀ ਚੰਗੇ ਬਣਾ ਲਾਂਗੇ। ਨਹੀਂ ਤਾਂ ਫਿਰ ਕਹਿੰਦੇ ਨੇ ਵੀ ਬਾਸਣ ਕਾਰੋ ਪਰਸੀਏ ਤਾਂ ਕੁਛ ਲਾਗੇ ਦਾਗ, ਤੇ ਜਿਹੜਾ ਸਿਆਸਤ ਆਏਗਾ ਜਿਵੇਂ ਕਾਲੇ ਭਾਂਡੇ ਨੂੰ ਹੱਥ ਲਾ ਕੇ ਕਾਲਾ ਕੁਛ ਨਾ ਕੁਛ ਤਾਂ ਕਾਲਖ ਹੁੰਦੀ ਹੋਈ ਹੈ, ਇਦਾਂ ਕਾਲਖ ਲੱਗੇਗੀ। ਸੋ ਆਓ ਆਪਾਂ ਇਹਨੂੰ ਬਦਲੀਏ। ਠੀਕ ਹੈ, ਸ਼ੁਕਰੀਆ ਗਰਗ ਸਾਹਿਬ, ਤੁਸੀਂ ਸਮਾਂ ਕੱਢਿਆ ਔਰ ਸਾਡੇ ਨਾਲ ਇਸ ਖਾਸ ਮਸਲੇ ਦੇ ਉੱਪਰ ਗੱਲਬਾਤ ਕੀਤੀ ਹੈ, ਆਪਣੀ ਰਾਏ ਰੱਖੀ ਹੈ, ਜੁੜੇ ਹੋ ਸਾਡੇ ਨਾਲ। ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਗੱਲਬਾਤ ਅੱਜ ਤੁਹਾਡਾ ਮੁੱਦਾ ਸਾਡੀ ਜ਼ਿੰਮੇਵਾਰੀ ਦੇ ਵਿੱਚ ਕਰ ਰਹੇ ਸੀ ਕਿ ਜਿਹੜੇ ਆਗੂਆਂ ਦੇ ਵੱਲੋਂ ਜਿਹੜੀਆਂ ਪਾਰਟੀਆਂ ਬਦਲੀਆਂ ਗਈਆਂ ਨੇ, ਆਏ ਰਾਮ ਗਏ ਰਾਮ ਦਾ ਸਿਲਸਿਲਾ ਜਿਹੜਾ ਉਹ ਚੱਲਦਾ ਹੈ, ਕਿ ਉਹ ਰੁਕਣਾ ਚਾਹੀਦਾ। ਉਸ ਦੇ ਲਈ ਕੀ ਹੋਣਾ ਚਾਹੀਦਾ? ਇੰਟਰਨਲ ਡੈਮੋਕ੍ਰੇਸੀ, ਜਿਵੇਂ ਅੱਜ ਦੀ ਚਰਚਾ ਦੇ ਵਿੱਚ, ਅੱਜ ਦੀ ਗੱਲਬਾਤ ਦੇ ਵਿੱਚ ਜੋ ਨਿਕਲ ਕੇ ਸਾਹਮਣੇ ਆਇਆ ਕਿ ਪਾਰਟੀਆਂ ਦੇ ਵਿੱਚ ਅੰਦਰੂਨੀ ਲੋਕਤੰਤਰ, ਸੈਕੂਲਰਿਜ਼ਮ ਹੋਣਾ ਚਾਹੀਦਾ ਤੇ ਕੋਈ ਸਖਤ ਕਾਨੂੰਨ ਵੀ ਇਸ ਨੂੰ ਲੈ ਕੇ ਬਣਨਾ ਚਾਹੀਦਾ ਕਿ ਛੇਤੀ ਕੋਈ ਆਗੂ ਪਾਰਟੀ ਬਦਲਣ ਬਾਰੇ ਨਾ ਸੋਚੇ। ਸੋ ਫਿਲਹਾਲ ਇਸ ਖਾਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ। ਧੰਨਵਾਦ।